ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਲ ਯੁਗ ਮੈਂ ਚਾਹੋ ਬਰਨ ਕੋ, ਚਾਰ ਭਾਂਤ ਕਾ ਜਾਪ। ਪਰਾ ਮੱਧਮਾ ਵੇਦ ਕਹੈ, ਪਸਯੰਤੀ ਜਿਸ ਮਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ, ਹਾਜ਼ਰਾਂ ਹਜ਼ੂਰ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਛਤਰ ਛਾਇਆ ਹੇਠ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਆਪ ਦੇ ਜੀਵਨ ਦੀਆਂ ਕੀਮਤੀ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮੇਲ ਸਾਧ ਸੰਗਤ ਭਜ ਕੇਵਲ ਨਾਮ। ਸਤ ਸੰਗਤ ਵਿੱਚ ਜੁੜ ਕੇ ਸਤਿਗੁਰਾਂ ਦੀ ਰੱਬੀ ਬਾਣੀ ਦੇ ਕੀਰਤਨ, ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਾਵਨ ਅੰਮ੍ਰਿਤ ਬਚਨ ਰਾਗੀ ਸਿੰਘ ਗਾਇਨ ਕਰ ਰਹੇ ਸੀ। ਹੇ ਸੱਚੇ ਸਾਹਿਬ, ਤੁਹਾਡੇ ਘਰ ਵਿੱਚ ਕੀ ਨਹੀਂ ਹੈ? ਸਭ ਕੁਝ ਹੈ। ਕਹਿਣ ਤੋਂ ਭਾਵ ਸਭ ਕੁਝ ਆਪ ਜੀ ਦੇ ਘਰ ਵਿੱਚੋਂ ਪ੍ਰਾਪਤ ਹੁੰਦਾ ਹੈ। ਜਿਹੜਾ ਭਾਵਨਾ ਰੱਖ ਕੇ ਝੋਲੀ ਕੱਢ ਕੇ ਆਪ ਜੀ ਦੇ ਚਰਨਾਂ ਵਿੱਚ ਆਉਂਦਾ ਹੈ, ਔਰ ਜਿਸ ਨੂੰ ਆਪ ਜੀ ਨਿਆਮਤਾਂ ਬਖਸ਼ਦੇ ਹੋ, ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਇਹ ਪਾਵਨ ਸ਼ਬਦ ਰਾਗੀ ਸਿੰਘ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦਾ ਗਾਇਨ ਕਰ ਰਹੇ ਸੀ। ਲੜੀਵਾਰ ਇਤਿਹਾਸ ਦੀ ਪਾਵਨ ਅੰਮ੍ਰਿਤ ਕਥਾ ਆਪ ਜੀ ਸਰਵਣ ਕਰ ਰਹੇ ਹੋ। ਕਲਗੀਧਰ ਸੁਆਮੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਦਰਬਾਰ ਵਿੱਚ ਦੀਵਾਨ 'ਚ ਜਪਜੀ ਸਾਹਿਬ ਦੇ ਮਹਾਤਮ ਦਾ ਜ਼ਿਕਰ ਚੱਲ ਰਿਹਾ ਹੈ। ਜਪਜੀ ਸਾਹਿਬ ਦੇ ਮਹਾਤਮ ਦੀ ਕਥਾ ਚੱਲ ਰਹੀ ਹੈ। ਇਹ ਜੋ ਜਪਜੀ ਸਾਹਿਬ ਦਾ ਮਹਾਤਮ ਹੈ, ਸੋ ਸਾਖੀ ਦੇ ਵਿੱਚ ਲਿਖਿਆ ਦਰਜ ਹੈ। ਸੋ ਸਾਖੀ ਗੁਰੂ ਸਾਹਿਬ ਦੇ ਇਤਿਹਾਸ ਦੀ ਉਹ ਪੁਸਤਕ ਹੈ, ਉਹ ਗ੍ਰੰਥ ਹੈ ਜੋ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਰਾਮ ਕੋਇਰ ਸਾਹਿਬ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਚੋਂ ਉਹਨਾਂ ਦੇ ਵੱਲੋਂ ਲਿਖਵਾਈ ਗਈ ਹੈ। ਕਿਉਂਕਿ ਜਦੋਂ ਕਲਗੀਧਰ ਜੀ ਜੋਤੀ ਜੋਤ ਸਮਾ ਗਏ, ਪੰਜਾਬ ਦੇ ਜਿਹੜੇ ਸਿੰਘ ਸਨ ਉਹ ਵੈਰਾਗਮਈ ਹੋ ਗਏ। ਮਨ 'ਚ ਉਹਨਾਂ ਦੇ ਵੈਰਾਗ ਤੇ ਉਹ ਰਮਦਾਸ ਨਗਰ ਭਾਈ ਰਾਮ ਕੋਇਰ ਸਾਹਿਬ ਕੋਲ ਗਏ। ਬੜੇ ਵੈਰਾਗੀ ਹਾਲਤ ਵਿੱਚ ਸਨ। ਭਾਈ ਸਾਹਿਬ ਨੂੰ ਉਹਨਾਂ ਬੇਨਤੀ ਕੀਤੀ ਕਿ ਭਾਈ ਸਾਹਿਬ ਸਾਨੂੰ ਗੁਰੂ ਸਾਹਿਬ ਦਾ ਇਤਿਹਾਸ ਸੁਣਾਓ। ਤਾਂ ਉਸ ਵੇਲੇ ਸਿੰਘਾਂ ਨੂੰ ਸੰਬੋਧਨ ਕਰਕੇ ਭਾਈ ਰਾਮ ਕੋਇਰ ਸਾਹਿਬ ਜੀ ਨੇ ਇਤਿਹਾਸ ਉਚਾਰ ਕੇ ਸੁਣਾਇਆ। ਸਾਹਿਬ ਸਿੰਘ ਨਾਮ ਦੇ ਲਿਖਾਰੀ ਨੇ ਉਸ ਇਤਿਹਾਸ ਨੂੰ ਲਿਖਿਆ ਤੇ ਉਸ ਗ੍ਰੰਥ ਦਾ, ਪੁਸਤਕ ਦਾ ਨਾਂ ਲਿਖਿਆ ਸੋ ਸਾਖੀ। ਉਸੇ ਦੇ ਆਧਾਰ ਪਰ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ ਹੈ। ਕਲਗੀਧਰ ਜੀ ਦੇ ਇਤਿਹਾਸ ਦੀ ਵਿੱਚੋਂ ਜਿਹੜੀ ਸੋ ਸਾਖੀ ਦੇ ਇਨ ਬਿਨ ਉਹੀ ਬਚਨ ਭਾਈ ਸਾਹਿਬ ਜੀ ਇਸ ਪ੍ਰਸੰਗ ਦੇ ਵਿੱਚ ਜਪਜੀ ਸਾਹਿਬ ਦੇ ਮਹਾਤਮ ਪ੍ਰਥਾਏ ਦੱਸ ਰਹੇ ਨੇ। ਬਹੁਤ ਸਾਰੇ ਗੂੜ ਬਚਨ ਨੇ ਸੋ ਸਾਖੀ ਦੇ, ਜਿਹੜੇ ਹੁਣ ਵਰਤਮਾਨ ਦੇ ਸਮੇਂ 'ਚ ਸਮਝ ਨਹੀਂ ਆਉਂਦੇ, ਕਿਉਂਕਿ ਬਹੁਤ ਸਾਰੇ ਭਵਿੱਖਤ ਬਚਨ ਵੀ ਨੇ ਸੋ ਸਾਖੀ ਵਿੱਚ, ਜਿਹੜਾ ਸਮਾਂ ਆਉਣ ਤੇ ਵੀ ਕਈ ਬਚਨ ਜਿਹੜੇ ਨੇ ਉਹ ਖੁੱਲ੍ਹਣੇ ਹਨ। ਫਿਰ ਵੀ ਜਿੰਨੇ ਸਤਿਗੁਰੂ ਜੀ ਸਾਨੂੰ ਬੁੱਧੀ ਪ੍ਰਦਾਨ ਕਰ ਰਹੇ ਨੇ, ਉਹਦੇ ਮੁਤਾਬਕ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਜਪਜੀ ਸਾਹਿਬ ਦੀ ਮਹਿਮਾ ਦੱਸੀ, ਇੱਕ ਇੱਕ ਪੌੜੀ ਦਾ ਮਹਾਤਮ ਦਰਸਾਇਆ ਹੈ ਔਰ ਆਖਿਆ ਇਸ ਜਪਜੀ ਸਾਹਿਬ ਦਾ ਪਾਠ ਕਰਨ ਵਾਲੇ ਗੁਰਮੁਖਾਂ ਦੇ ਜਿਤਨੇ ਵੀ ਕਿਲਵਿਖ ਹਨ, ਪਾਪ ਹਨ, ਉਹ ਸਾਰੇ ਪਾਪ ਨਸ਼ਟ ਭ੍ਰਸ਼ਟ ਹੋ ਜਾਂਦੇ ਹਨ। ਜਪ ਜਾਪ ਕੀਏ ਅਗ ਕੋਟ ਹਰੈ, ਨਿਤ ਦਾਨ ਵਧੈ ਬੁੱਧ ਸਾਰ ਧਰੈ, ਮਨ ਭਾਵ ਵਧੈ ਸੁਖ ਕਾਮ ਸਧੈ, ਸੁਰ ਸਾਧਨ ਮੈਂ ਤਮ ਪੁੰਜ ਹਰੈ, ਧਨ ਮੈਂ ਤਨ ਮੈਂ ਘਰ ਮੈਂ ਸੁਤ ਮੈਂ, ਅਰ ਨਾਰ ਬਿਖੈ ਸਭ ਦੋਖ ਰਹਿ ਟਰੈ, ਜੇ ਪ੍ਰੀਤ ਨਹੀਂ ਪ੍ਰਤੀਤ ਨਹੀਂ, ਤਿਸ ਕੋ ਸਿਖ ਦੇਹ ਸੋ ਦੋਖ ਕਰੈ। ਇਹ ਪਾਵਨ ਮਹਿਮਾ ਜਪਜੀ ਸਾਹਿਬ ਦੀ ਆਪਾਂ ਕੱਲ ਸਰਵਣ ਕੀਤੀ ਹੈ। ਜਪਜੀ ਸਾਹਿਬ ਦੀ ਮਹਿਮਾ ਪ੍ਰਥਾਏ ਹੋਰ ਵੀ ਅੱਗੇ ਬਚਨ ਚੱਲ ਰਹੇ ਨੇ। ਆਓ ਅੱਜ ਦੇ ਇਸ ਪ੍ਰਸੰਗ ਵਿੱਚ ਆਪਾਂ ਇਸ ਪਾਵਨ ਕਥਾ ਨੂੰ ਵਾਚੀਏ। ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬੇ ਕਮਾਲ, ਪੰਥ ਦੇ ਵਾਲੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਐਸੇ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਐਸੇ ਮਹਾਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਲ ਯੁਗ ਮੈਂ ਚਾਹੁ ਬਰਨ ਕੋ, ਚਾਰ ਭਾਂਤ ਕਾ ਜਾਪ। ਕਲੀ ਕਾਲ ਦੇ ਇਸ ਘੋਰ ਭਿਆਨਕ ਸਮੇਂ ਵਿੱਚ ਚਾਰ ਪ੍ਰਕਾਰ ਦੇ ਤਰੀਕੇ ਨਾਲ ਜਾਪ ਹੁੰਦਾ ਹੈ। ਚਾਰ ਬਾਣੀਆਂ ਨੇ, ਚਾਰ ਹੀ ਖਾਣੀਆਂ ਨੇ, ਚਾਰ ਹੀ ਬਾਣੀਆਂ ਵਾਹਿਗੁਰੂ ਪਰਮੇਸ਼ਰ ਵੱਲੋਂ ਵਿਧਾਤੇ ਵੱਲੋਂ ਸਿਰਜੀਆਂ ਗਈਆਂ। ਚਾਰ ਹੀ ਪਦਾਰਥ ਨੇ, ਧਰਮ ਅਰਥ ਕਾਮ ਮੋਕਸ਼। ਚਾਰ ਹੀ ਖਾਣੀਆਂ ਨੇ, ਅੰਡਜ ਜਿਰਗ ਸੇਤ ਜੋਤ ਭੋਜ। ਇਸੇ ਤਰ੍ਹਾਂ ਬਾਣੀਆਂ ਵੀ ਚਾਰ ਹੀ ਹਨ। ਪਰਾ ਪਸ਼ੰਤੀ ਮਧਮਾ ਵੈਖਰੀ, ਉਹਦਾ ਜ਼ਿਕਰ ਆਉਣਾ ਅੱਗੇ ਆਉਣ ਵਾਲੀ ਪੰਕਤੀ ਵਿੱਚ। ਤੋ ਚਾਰ ਪ੍ਰਕਾਰ ਦੀ ਬਾਣੀ ਦੁਆਰਾ ਇਸ ਪਾਵਨ ਬਾਣੀ ਦਾ ਜਾਪ ਕੀਤਾ ਜਾਂਦਾ ਹੈ। ਪਰਾ ਮਧਮਾ ਵੈਦ ਕਹੈ, ਪਸ਼ਯੰਤੀ ਜਿਸ ਮਾਪ। ਪਰਾ ਹੈ, ਮਧਮਾ ਹੈ, ਪਸ਼ਯੰਤੀ ਹੈ, ਵੈਖਰੀ ਹੈ। ਇਹ ਵੇਦਾਂ ਦੇ ਵਿੱਚ ਜਿਹੜੀਆਂ ਚਾਰ ਪ੍ਰਕਾਰ ਦੀਆਂ ਬਾਣੀਆਂ ਦੱਸੀਆਂ ਗਈਆਂ ਨੇ। ਵੈਖਰੀ ਚਾਰੇ ਥਾਨ ਮਹਿ, ਤਨ ਮੈਂ ਕਰ ਹੋ ਵਾਸ। ਇਸੇ ਤਰ੍ਹਾਂ ਚੌਥੀ ਵੈਖਰੀ ਬਾਣੀ ਹੈ। ਇਹ ਸਰੀਰ ਦੇ ਚਾਰ ਹਿੱਸਿਆਂ ਦੇ ਵਿੱਚ, ਚਾਰ ਬਾਣੀਆਂ ਚਾਰ ਹਿੱਸਿਆਂ 'ਚ ਵਸਦੀਆਂ। ਚੌਂ ਥਾਵਾਂ ਦੇ ਉੱਤੇ ਇਹਨਾਂ ਚਾਰ ਪ੍ਰਕਾਰ ਦੀਆਂ ਬਾਣੀਆਂ ਦਾ ਚੌਂ ਥਾਵਾਂ ਤੇ ਸਰੀਰ ਵਿੱਚ ਨਿਵਾਸ ਹੈ। ਉਹ ਵੀ ਅੱਗੇ ਦੱਸਦੇ ਨੇ ਵੀ ਸਰੀਰ ਦੇ ਕਿਹੜੇ ਹਿੱਸੇ 'ਚ ਕਿਹੜੀ ਬਾਣੀ ਵਸਦੀ ਹੈ। ਪ੍ਰਗਟ ਹੋਤ ਮੁਖ ਮਹਿ ਵਸ ਹੈ, ਸਭ ਨਰ ਕਰਤ ਪ੍ਰਕਾਸ਼। ਜਿਹੜੀ ਮੁਖ ਦੁਆਰਾ ਬੋਲੀ ਜਾਂਦੀ ਹੈ, ਪ੍ਰਗਟ ਕਰਕੇ ਸਾਰੇ ਜਗਤ ਦੇ ਵਿੱਚ, ਜਿਵੇਂ ਹੁਣ ਦਾਸ ਬੋਲ ਰਿਹਾ ਹੈ, ਜਿਹੜੀ ਬੋਲ ਕੇ ਸਾਰੇ ਜਗਤ ਵਿੱਚ ਪ੍ਰਕਾਸ਼ਿਤ ਹੁੰਦੀ ਹੈ, ਇਸ ਨੂੰ ਵੈਖਰੀ ਬਾਣੀ ਕਹਿੰਦੇ ਹਨ। ਨਾਭੀ ਪਹਿਲੀ ਹਿਰਦੇ ਦੋਏ, ਕੰਠ ਤ੍ਰਿਤੀ ਮੁਖ ਬੋਲ। ਜਿਹੜੀ ਨਾਭੀ ਹੈ, ਨਾਭੀ ਦੇ ਵਿੱਚੋਂ, ਕਿਉਂਕਿ ਸ਼ਬਦ ਜੋ ਮੈਂ ਰਸਨਾ ਤੋਂ ਬੋਲ ਰਿਹਾ ਜਾਂ ਜੋ ਤੁਸੀਂ ਬੋਲਦੇ ਹੋ, ਉਹ ਸਿੱਧਾ ਤਾਂ ਨਹੀਂ ਰਸਨਾ ਤੇ ਆਉਂਦਾ, ਉਹ ਅੰਦਰੋਂ ਕਿਤੋਂ ਉੱਠਦਾ ਨਾ। ਸਿੱਧਾ ਰਸਨਾ ਤੋਂ ਤਾਂ ਨਹੀਂ ਆ ਗਿਆ ਵੀ ਸਿੱਧਾ ਜ਼ੁਬਾਨ ਤੇ ਆ ਗਿਆ ਤੇ ਬੋਲ ਦਿੱਤਾ। ਉਹ ਪਹਿਲਾਂ ਅੰਦਰੋਂ ਹਵਾ ਭਰਦੀ ਹੈ ਸਰੀਰ 'ਚ ਕੁਦਰਤੀ ਤਰੀਕੇ ਨਾਲ। ਨਾਭੀ ਦੇ ਵਿੱਚੋਂ, ਪੇਟ ਦੀ ਜਿਹੜੀ ਨਾਭੀ ਹੈ, ਉੱਥੋਂ ਉੱਪਰ ਨੂੰ ਉੱਠਦੀ ਹਵਾ। ਜਿਹੜੀ ਨਾਭੀ ਹੈ, ਉੱਥੋਂ ਜਿਹੜੀ ਉੱਠਦੀ ਹੈ ਨਾ, ਸ਼ਬਦ ਉੱਠਦਾ ਹੈ, ਉਹਨੂੰ ਪਰਾ ਕਹਿੰਦੇ ਨੇ। ਨਾਭੀ ਦੇ ਵਿੱਚੋਂ ਸ਼ਬਦ ਉੱਠਿਆ, ਨਾਭੀ ਤੋਂ ਉੱਠ ਕੇ ਫਿਰ ਹਿਰਦੇ ਵਿੱਚ ਆਉਂਦਾ। ਜਦੋਂ ਹਿਰਦੇ ਵਿੱਚ ਆਉਂਦਾ, ਉਸ ਬਾਣੀ ਨੂੰ ਕਹਿੰਦੇ ਆ ਪਸ਼ਯੰਤੀ। ਹਿਰਦੇ ਵਿੱਚੋਂ ਫਿਰ ਗਲੇ 'ਚ ਆ ਜਾਂਦਾ, ਕੰਠ 'ਚ, ਇਹਨੂੰ ਕਹਿੰਦੇ ਨੇ ਮੱਧਮਾ। ਫਿਰ ਜ਼ੁਬਾਨ ਤੇ ਆਉਂਦਾ, ਜਦੋਂ ਜ਼ੁਬਾਨ ਤੇ ਆ ਗਿਆ ਇਹਨੂੰ ਕਹਿੰਦੇ ਨੇ ਵੈਖਰੀ। ਏਦਾਂ ਇਹ ਚਾਰ ਬਾਣੀਆਂ ਨੇ, ਸਰੀਰ ਦੇ ਚਾਰ ਹਿੱਸਿਆਂ ਵਿੱਚ ਇਹਦਾ ਨਿਵਾਸ ਹੈ। ਪਰਾ ਬਾਣੀ ਨਾਭੀ ਵਿੱਚ ਹੈ,
ਪਸ਼ੰਤੀ ਜਿਹੜੀ ਆ ਉਹ ਹਿਰਦੇ ਵਾਲੇ ਸਥਾਨ ਤੇ ਹੈ। ਇਸੇ ਤਰ੍ਹਾਂ ਮੱਧਮਾ ਜਿਹੜੀ ਆ ਉਹ ਕੰਠ ਦੇ ਵਿੱਚ ਆ, ਔਰ ਵੈਖਰੀ ਬਾਣੀ ਜਿਹੜੀ ਆ ਉਹ ਜ਼ੁਬਾਨ ਦੇ ਉੱਤੇ ਹੈ। ਇਦਾਂ 4 ਬਾਣੀਆਂ ਹਨ ਜਿਹੜੇ ਗੁਰਮੁਖ ਜਨ ਨੇ ਉਹ ਇਹਨਾਂ 4 ਪ੍ਰਕਾਰ ਦੀਆਂ ਬਾਣੀਆਂ ਦੁਆਰਾ ਪਰਮੇਸ਼ਰ ਦਾ ਜਾਪ ਜਪਦੇ ਨੇ। ਰਸਨਾ ਦੁਆਰਾ ਵੀ ਜਪਜੀ ਸਾਹਿਬ ਪੜ੍ਹਦੇ ਨੇ, ਕਈਆਂ ਦੀ ਰਸਨਾ ਰੁਕ ਜਾਂਦੀ ਹੈ, ਕੇਵਲ ਕੰਠ ਦੁਆਰਾ ਪੜ੍ਹਦੇ ਨੇ, ਕਈਆਂ ਦਾ ਕੰਠ ਵੀ ਰੁਕ ਜਾਂਦਾ, ਹਿਰਦੇ ਦੇ ਵਿੱਚ ਜਪਜੀ ਸਾਹਿਬ ਦਾ ਚਿੰਤਨ ਚੱਲ ਰਿਹਾ ਹੈ। ਫਿਰ ਹੋਰ ਸਾਧਨਾ ਗਹਿਰੀ ਹੋ ਜਾਏ ਤੇ ਫਿਰ ਨਾਭੀ ਦੇ ਵਿੱਚ ਉਹੀ ਸਾਧਨਾ ਜਪਜੀ ਸਾਹਿਬ ਦੀ ਬਾਣੀ ਦੀ ਚੱਲਣ ਲੱਗ ਪੈਂਦੀ। ਬੜੀ ਗਹਿਰੀ ਸਾਧਨਾ। ਜਦੋਂ ਪਰਾ ਬਾਣੀ ਤੱਕ ਤਾਂ ਅਸੀਂ ਪਹੁੰਚਦੇ ਨਹੀਂ, ਨਾ ਮੱਧਮਾ ਤੱਕ। ਅਸੀਂ ਜਾਂ ਵੈਖਰੀ ਬਾਣੀ ਦੁਆਰਾ ਜਪਜੀ ਪੜ੍ਹਦੇ ਹਾਂ ਜਾਂ ਕੰਠ ਦੁਆਰਾ। ਤੀਜਾ, ਜਦੋਂ ਹਿਰਦੇ ਸਥਲ ਦੇ ਵਿੱਚ ਚਲੀ ਜਾਏ ਬਾਣੀ ਹੋਰ ਗਹਿਰੀ ਹੋ ਜਾਂਦੀ ਹੈ। ਫਿਰ ਪਰਾ ਦੇ ਵਿੱਚ ਤਾਂ ਅੱਗੇ ਪਾੜੀ ਪਾੜ ਜਾਂਦੇ ਆ। ਜਦੋਂ ਪਰਾ ਬਾਣੀ ਦੁਆਰਾ ਜਪੀਏ, ਵੈਖਰੀ ਬਾਣੀ ਦੁਆਰਾ ਜਦੋਂ ਬਾਹਰੋਂ ਜਪਜੀ ਸਾਹਿਬ ਪੜ੍ਹਦੇ ਆ, ਉਹਦੇ ਨਾਲੋਂ ਕਈ ਗੁਣਾ ਵੱਧ ਮਹਾਤਮ ਸੁਰਤ ਦੀ ਇਕਾਗਰਤਾ ਜਦੋਂ ਬਣ ਜਾਂਦੀ ਹੈ ਤੇ ਕੰਠ ਦੁਆਰਾ ਜਪਣ ਦੁਆਰਾ ਬਣ ਜਾਂਦੀ ਹੈ। ਕੰਠ ਦੁਆਰਾ ਜਪਦਿਆਂ ਜਪਦਿਆਂ ਸੁਰਤ ਇੰਨੀ ਜ਼ਿਆਦਾ ਇਕਾਗਰ ਹੋ ਜੇ, ਫਿਰ ਹਿਰਦੇ ਦੇ ਵਿੱਚੋਂ ਜਪਜੀ ਸਾਹਿਬ ਦਾ ਪਾਠ ਹੋਣ ਲੱਗ ਪਏ, ਫਿਰ ਨਾਭੀ ਵਿੱਚੋਂ ਉਹ ਅੱਗੇ ਤੋਂ ਅੱਗੇ ਫਿਰ ਮਹਾਤਮ ਹੋਰ ਵਧਣਾ ਸ਼ੁਰੂ ਹੋ ਜਾਂਦਾ ਹੈ। ਪਰਾ ਤੋਂ ਪਰੇ ਵੀ ਇੱਕ ਖੇਡ ਵਰਤਦੀ ਹੈ, ਗੁਰਮੁਖ ਰੋਮ ਰੋਮ ਹਰਿ ਧਿਆਵੈ। ਜਦੋਂ ਪਰਾ ਤੋਂ ਅੱਗੇ ਜਾਈਏ ਫਿਰ ਸਰੀਰ ਦੇ ਜਿਤਨੇ ਰੋਮ ਨੇ ਉਹ ਸਾਰੇ ਰੋਮ ਫਿਰ ਪਰਮੇਸ਼ਰ ਦਾ ਨਾਮ ਜਪਣ ਲੱਗ ਪੈਂਦੇ ਆ, ਪਰਮੇਸ਼ਰ ਦੀ ਬਾਣੀ ਦਾ ਪਠਨ ਪਾਠਨ ਕਰਨ ਲੱਗ ਪੈਂਦੇ। ਗੁਰਮੁਖ ਰੋਮ ਰੋਮ ਹਰਿ ਧਿਆਵੈ ਵਾਲੀ ਖੇਡ ਬਣ ਜਾਂਦੀ ਹੈ। ਤੋ ਇਸ ਪ੍ਰਕਾਰ ਨਾਲ ਇਹ 4 ਪ੍ਰਕਾਰ ਦੀ ਬਾਣੀ ਹੈ। ਪਹਿਲੀ ਨਾਭੀ ਦੇ ਵਿੱਚ ਵਸਦੀ, ਉਹਨੂੰ ਪਰਾ ਬੋਲਦੇ ਨੇ। ਦੂਸਰੀ ਹਿਰਦੇ 'ਚ ਵਸਦੀ ਹੈ, ਉਹਨੂੰ ਪਸ਼ੰਤੀ ਕਹਿੰਦੇ ਹਨ। ਤੀਸਰੀ ਕੰਠ ਦੇ ਵਿੱਚ ਵਸਦੀ ਹੈ, ਉਹਨੂੰ ਮੱਧਮਾ ਕਹਿੰਦੇ ਨੇ। ਚੌਥੀ ਰਸਨਾ ਦੇ ਉੱਤੇ ਹੈ, ਉਹਨੂੰ ਵੈਖਰੀ ਕਹਿੰਦੇ ਹਨ। ਜਿਉ ਕਿਉ ਪਠ ਫਲ ਅਧਿਕ ਹੋਏ, ਇਹੀ ਜਾਪ ਕੋ ਮੋਲ। ਜਿਵੇਂ ਕਿਵੇਂ ਵੀ ਕੋਈ ਪੜ੍ਹੇ ਜਪਜੀ ਸਾਹਿਬ ਨੂੰ, ਕੋਈ ਪਰਾ ਦੁਆਰਾ ਪੜ੍ਹੇ, ਪਸ਼ੰਤੀ ਦੁਆਰਾ ਪੜ੍ਹੇ, ਮੱਧਮਾ ਦੁਆਰਾ ਪੜ੍ਹੇ, ਵੈਖਰੀ 4 ਪ੍ਰਕਾਰ ਦਾ ਜਾਪ ਦੱਸਿਆ ਨਾ। 4 ਤਰੀਕਿਆਂ ਨਾਲ ਜਿਵੇਂ ਵੀ ਕੋਈ ਜਪੇ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਅਧਿਕ ਫਲ ਦੀ ਪ੍ਰਾਪਤੀ ਹੋਵੇਗੀ। ਜਿਉਂ ਕਿਉਂ ਪਠ ਫਲ ਅਧਿਕ ਹੋਏ, ਜਿਵੇਂ ਕਿਵੇਂ ਵੀ ਪੜ੍ਹੇ ਉਹਨੂੰ ਅਧਿਕ ਫਲ ਮਿਲੇਗਾ। ਇਹੀ ਜਾਪ ਕੋ ਮੋਲ, ਇਹੀ ਇਸ ਜਪਜੀ ਸਾਹਿਬ ਦਾ ਮੂਲ ਹੈ। ਜਾਪ ਜਪਾ ਜਪ ਪਠ ਹੋ, ਦਿਜਬਰ ਕੁਲ ਨੰਦ ਨੰਦ। ਇਹ ਨੰਦ ਕੇ ਨੰਦਨ, ਉਹਦਾ ਨਾਮ ਬ੍ਰਿਜ ਲਾਲ ਸੀ ਨਾ, ਤੇ ਬ੍ਰਿਜ ਲਾਲ ਕਿਹਨੂੰ ਕਹਿੰਦੇ? ਕ੍ਰਿਸ਼ਨ ਭਗਵਾਨ ਨੂੰ ਕਹਿੰਦੇ। ਕ੍ਰਿਸ਼ਨ ਜੀ ਕਿਹਦੇ ਪੁੱਤਰ ਸਨ? ਨੰਦ ਦੇ। ਨੰਦ ਉਹਨਾਂ ਦੇ ਪਿਤਾ ਸਨ। ਨੰਦ ਦੇ ਅੱਗੋਂ ਨੰਦ। ਇਸ ਕਰਕੇ ਕਵੀ ਦੀ ਬੜੀ ਸੁੰਦਰ ਸ਼ੈਲੀ ਦੁਆਰਾ ਕਹਿੰਦੇ, ਹੇ ਨੰਦ ਕੇ ਨੰਦ, ਯਾਨੀ ਕਿ ਹੇ ਬ੍ਰਿਜ ਲਾਲ, ਇਸ ਅਜਪਾ ਜਾਪ ਨੂੰ ਜਿਵੇਂ ਜਿਵੇਂ ਜਪੋਗੇ, ਕਿਉਂਕਿ ਪਰਾ ਦੇ ਵਿੱਚ ਤੇ ਫਿਰ ਅਜਪਾ ਜਾਪ ਚੱਲ ਪੈਂਦਾ। ਜਿਵੇਂ ਜਿਵੇਂ ਅਜਪਾ ਜਾਪ ਨੂੰ ਪਠੋਗੇ ਤਿਵੇਂ ਤਿਵੇਂ ਰਸ ਨੂੰ ਪ੍ਰਾਪਤ ਕਰੋਗੇ। ਗੁਰ ਅਰਜਨ ਟਿਗ ਦਾਸ ਕੋ, ਪਾਇਓ ਪਰਮਾਨੰਦ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਜੋ ਪਰਮ ਆਨੰਦ ਪੰਡਿਤ ਬ੍ਰਿਜ ਲਾਲ ਨੂੰ ਪ੍ਰਾਪਤ ਹੋਇਆ ਸੁਪਨ ਦੇ ਵਿੱਚ, ਉਸ ਪਰਮ ਆਨੰਦ ਨੂੰ ਇੱਥੇ ਵਰਣਨ ਕੀਤਾ ਹੈ। ਚੌਪਈ ਇਸ ਬਿਦ ਪੰਡਤ ਪਿੰਡੀ ਲਾਲ। ਇਸੇ ਤਰ੍ਹਾਂ ਮਹਾਰਾਜ ਜੀ ਦੇ ਕਵੀਆਂ ਚ ਇੱਕ ਕਵੀ ਪੰਡਤ ਪਿੰਡੀ ਲਾਲ ਜੀ ਮਹਾਰਾਜ ਜੀ ਕੋਲ ਬੈਠੇ ਹਨ। ਬਿਧੀ ਚੰਦ ਨੰਦ ਲਾਲ ਗੋਪਾਲ। ਭਾਈ ਬਿਧੀ ਚੰਦ ਜੀ, ਭਾਈ ਨੰਦ ਲਾਲ ਜੀ, ਭਾਈ ਗੋਪਾਲ ਜੀ, ਖਾਨ ਚੰਦ ਯਰ ਆਲਮ ਸ਼ਾਹੂ, ਭਾਈ ਖਾਨ ਚੰਦ ਜੀ ਔਰ ਭਾਈ ਆਲਮ ਸ਼ਾਹ। ਇਹ ਸਾਰੇ 52 ਕਵੀਆਂ ਚੋਂ ਮਹਾਰਾਜ ਜੀ ਦੇ ਕਵੀ ਹਨ। ਸਾਧ ਮਦਨ ਗਿਰ ਸੁਨਤ ਮਾਹੂ। ਇਸੇ ਤਰ੍ਹਾਂ ਸਾਧ ਮਦਨ ਗਿਰੀ ਜੀ, ਇਹ ਵੀ ਮਹਾਰਾਜ ਜੀ ਦੇ 52 ਕਵੀ ਨੇ। ਉਹਨਾਂ ਵਿੱਚੋਂ ਇਹ ਕਵੀ ਨੇ ਸਤਿਗੁਰੂ ਜੀ ਦੇ ਕੋਲੋਂ ਬੜੇ ਉਤਸ਼ਾਹ ਨਾਲ, ਬੜੇ ਚਾਅ ਨਾਲ ਉਹਨਾਂ ਨੇ ਜਪਜੀ ਸਾਹਿਬ ਦਾ ਮਹਾਤਮ ਸੁਣਿਆ। ਦੋਹਰਾ ਮਾਨਿਓ ਗੁਰ ਤੇ ਰਾਤ ਕੋ, ਉਡਿਓ ਵਿਹੰਗਮ ਭਾਂਤ। ਪੰਡਤ ਬ੍ਰਿਜ ਲਾਲ ਜੀ ਬੋਲੇ, ਕਹਿਣ ਲੱਗੇ, ਜੀ ਮਹਾਰਾਜ, ਜਿਵੇਂ ਰਾਤ ਨੂੰ ਸੁਪਨੇ ਦੇ ਵਿੱਚ ਮੈਂ ਪੰਛੀ ਵਾਂਗੂ ਉੱਡਦਾ ਜਾ ਰਿਹਾ ਸੀ। ਅਕਸਰ ਤੁਸੀਂ ਵੇਖਿਆ ਹੋਣਾ, ਜਿਨ੍ਹਾਂ ਦਾ ਅੰਤःਕਰਣ ਸ਼ੁੱਧ ਹੁੰਦਾ, ਨਿਰਮਲ ਹੁੰਦਾ, ਉਹ ਅਕਸਰ ਸੁਪਨੇ ਦੇ ਵਿੱਚ ਉੱਡਦੇ ਨੇ।
ਦੌੜਨਾ ਚਾਹਣ ਤੇ ਇਦਾਂ ਪੈਰ ਮਾਰਦੇ ਆ ਤੇ ਉੱਡਣਾ। ਕਈਆਂ ਦਾ ਸਰੀਰ ਇਤਨਾ ਭਾਰਾ ਹੋ ਜਾਂਦਾ ਸੁਪਨੇ ਦੇ ਵਿੱਚ ਵੀ ਉਹਨਾਂ ਕੋਲੋਂ ਦੌੜਿਆ ਨਹੀਂ ਜਾਂਦਾ। ਉਹ ਅੰਤਸ਼ਕਰਨ ਮਲਣ ਦੀ ਨਿਸ਼ਾਨੀ। ਸ਼ੁੱਧ ਅੰਤਸ਼ਕਰਨ ਦੇ ਵਿੱਚ ਜਦੋਂ ਸੁਪਨਾ ਤੁਸੀਂ ਵੇਖੋਗੇ ਤਾਂ ਉੱਥੇ ਸੁਪਨ ਦੇ ਵਿੱਚ ਤੁਸੀਂ ਉੱਡੋਗੇ, ਥੋੜਾ ਜਿਹਾ ਪੈਰ ਰੱਖੋਗੇ ਇਦਾਂ ਉੱਡਦੇ ਜਾਓਗੇ। ਉਹ ਸੂਖਸ਼ਮ ਸਰੀਰ, ਕਿਉਂਕਿ ਉਹਦੇ 'ਚ ਗਰੁਤਾ ਸ਼ਕਤੀ ਨਹੀਂ ਹੁੰਦੀ ਜ਼ਮੀਨ 'ਚ ਖਿੱਚਣ ਦੀ। ਕਹਿਣ ਲੱਗਾ ਮਹਾਰਾਜ ਮੈਂ ਪੰਛੀ ਵਾਂਗੂ ਉੱਡਦਾ ਪਿਆ ਸੀ। ਉਸ ਵੇਲੇ ਪੰਛੀ ਵਾਂਗੂ ਉੱਡ ਕੇ ਗੁਰੂ ਅਰਜਨ ਦੇਵ ਸਾਹਿਬ ਦੇ ਕੋਲ ਗਿਆ ਸੁਪਨੇ ਦੇ ਵਿੱਚ, ਤੇ ਮੈਂ ਉਹਨਾਂ ਨੂੰ ਪੁੱਛਿਆ, ਭੇਟਿਓ ਪੁਰਖ ਪੂਰਨ ਤਾਹਾਂ, ਪੁੱਛਿਓ ਪੁੰਨ ਕੋ ਸ਼ਾਂਤ। ਮੈਂ ਪੁੱਛਿਆ, ਹੇ ਪੰਜਵੇਂ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ, ਜਦੋਂ ਪ੍ਰਾਣੀ ਦਾ ਅੰਤ ਹੋ ਰਿਹਾ ਹੋਵੇ, ਜਦੋਂ ਅਸੀਂ ਸਰੀਰ ਛੱਡਣਾ, ਅਖੀਰਲੇ ਸਾਹ ਹੋਣ, ਉਦੋਂ ਸਾਨੂੰ ਕਿਹੜੀ ਬਾਣੀ ਪੜ੍ਹਨੀ ਚਾਹੀਦੀ ਹੈ? ਇਹ ਮੈਂ ਪੁੱਛਿਆ ਕਿ ਜਦੋਂ ਸਰੀਰ ਸ਼ਾਂਤ ਹੋ ਰਿਹਾ ਹੋਵੇ, ਕਿਸੇ ਦਾ ਸਰੀਰ ਛੁੱਟ ਰਿਹਾ ਹੋਵੇ, ਚਾਹੇ ਆਪਣਾ ਛੱਡਣਾ ਚਾਹੇ ਕੋਈ ਦੂਸਰਾ ਬੇਸੁੱਧ ਪਿਆ ਤੇ ਪਤਾ ਵੀ ਹੁਣ ਇਹਦਾ ਅਖੀਰਲਾ ਸਮਾਂ ਹੈ, ਉਸ ਵੇਲੇ ਮਹਾਰਾਜ ਜੀ ਕਿਹੜੀ ਬਾਣੀ ਪੜ੍ਹਨੀ ਚਾਹੀਦੀ ਹੈ? ਪੰਡਤ ਜੀ ਕਹਿੰਦੇ ਮੈਂ ਪੁੱਛਿਆ ਸੀ ਪੰਜਵੇਂ ਪਾਤਸ਼ਾਹ ਨੂੰ, ਪੰਛੀ ਵਾਂਗ ਉੱਡਦਾ ਉੱਡਦਾ ਗਿਆ ਕਹਿੰਦਾ ਸਤਿਗੁਰਾਂ ਕੋਲ, ਤੇ ਮਹਾਰਾਜ ਜੀ ਦਾ ਮੈਨੂੰ ਮੇਲ ਪ੍ਰਾਪਤ ਹੋਇਆ ਤੇ ਉਹਨਾਂ ਨੂੰ ਪੁੱਛਿਆ। ਹਾਂਜੀ। ਤੀਨ ਵਾਰ ਗੁਰ ਇਵ ਕਹੀ, ਇਹ ਜਪ ਰਤਨ ਅਮੋਲ। ਕਹਿੰਦੇ 3 ਵਾਰ ਗੁਰੂ ਅਰਜਨ ਦੇਵ ਸਾਹਿਬ ਨੇ ਮੈਨੂੰ ਬਚਨ ਕਿਹਾ, 3 ਵਾਰ ਕਿਹਾ। ਆਖਿਆ ਇਹੀ ਜਪਜੀ ਸਾਹਿਬ ਹੈ ਗੁਰੂ ਨਾਨਕ ਸਾਹਿਬ ਦਾ, ਇਹ ਕੀਮਤੀ ਰਤਨ ਹੈ, ਅਮੋਲਕ ਹੈ, ਇਸੇ ਦਾ ਪਠਨ ਪਾਠਨ ਕਰਨਾ। ਅੰਤਲੇ ਸਮੇਂ ਇਸੇ ਬਾਣੀ ਨੂੰ ਪੜ੍ਹਨਾ। ਜਦੋਂ ਆਪ ਸਰੀਰ ਤਿਆਗਣਾ, ਉਸ ਵੇਲੇ ਜਦੋਂ ਕੋਲ ਕੋਈ ਤਿਆਗ ਰਿਹਾ, ਉਸ ਵੇਲੇ ਵੀ ਇਹ ਜਪਜੀ ਸਾਹਿਬ ਦੀ ਬਾਣੀ ਉਹਦੇ ਕੰਨਾਂ 'ਚ ਪਵੇ। ਇਹੀ ਜਪਜੀ ਸਾਹਿਬ ਦੀ ਬਾਣੀ ਕਹਿੰਦੇ 3 ਵਾਰ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਕਿਹਾ। ਜਦੋਂ ਇਤਿਹਾਸ ਵਾਚਦੇ ਆ, ਪੰਜਵੇਂ ਪਾਤਸ਼ਾਹ ਜਦੋਂ ਦਰਿਆ ਦੇ ਕਿਨਾਰੇ ਸਰੀਰ ਤਿਆਗਿਆ ਨਾ, ਰਾਵੀ ਦੇ ਲਾਹੌਰ ਦੀ ਧਰਤੀ ਤੇ ਸਹਿਬ ਪੰਜਵੇਂ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਸਰੀਰ ਤਿਆਗਿਆ ਸੀ। ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਸਰੀਰ ਤਿਆਗਿਆ 6ਵੇਂ ਪਾਤਸ਼ਾਹ ਦੀ ਗੋਦ ਵਿੱਚ, ਤਾਂ ਉਹ ਵੀ ਜਪਜੀ ਸਾਹਿਬ ਦਾ ਪਾਠ ਪੜ੍ਹਦਿਆਂ ਉਹਨਾਂ ਨੇ ਸਰੀਰ ਤਿਆਗਿਆ ਸਮਾਪਤੀ ਕਰਕੇ। ਦੀਵਾਨ ਭਾਈ ਮਤੀ ਦਾਸ ਜੀ ਆਰੇ ਨਾਲ ਚੀਰਿਆ ਜਾ ਰਿਹਾ, ਜਪਜੀ ਸਾਹਿਬ ਦਾ ਪਾਠ ਕਰਦਿਆਂ ਆਪਣਾ ਸਰੀਰ ਤਿਆਗਿਆ। ਤੋ ਅੰਤਲੇ ਸਮੇਂ ਸ੍ਰੀ ਜਪਜੀ ਸਾਹਿਬ ਦੀ ਬਾਣੀ, ਉਸ ਵੇਲੇ ਇਹੀ ਬਾਣੀ ਪੜ੍ਹੇ ਜਪਜੀ ਸਾਹਿਬ। ਟਾਈਮ ਨਾ ਵੇਖੇ ਵੀ ਹੁਣ ਸਮਾਂ ਅੰਮ੍ਰਿਤ ਵੇਲੇ ਦਾ ਹੈ, ਦੁਪਹਿਰ ਦਾ ਹੈ। ਜਪਜੀ ਸਾਹਿਬ ਦੀ ਬਾਣੀ ਐਸੀ ਬਾਣੀ ਹੈ, ਤੁਸੀਂ 24 ਘੰਟਿਆਂ 'ਚ ਕਿਸੇ ਵੀ ਸਮੇਂ ਪੜ੍ਹ ਸਕਦੇ ਹੋ। ਕਈ ਅਕਸਰ ਪੁੱਛਦੇ ਹੈ ਕਿ ਤਾਂ ਆਸਾ ਜੀ ਦੀ ਵਾਰਤਾ ਅੰਮ੍ਰਿਤ ਵੇਲੇ ਹੀ ਪੜ੍ਹਦੇ ਹਾਂ, ਰਹਿਰਾਸ ਸਾਹਿਬ ਦਾ ਪਾਠ ਜਿਵੇਂ ਸ਼ਾਮ ਵੇਲੇ ਮਰਿਆਦਾ ਹੈ। ਜਪਜੀ ਸਾਹਿਬ ਦੀ ਬਾਣੀ ਨੂੰ ਤੁਸੀਂ 8 ਪਹਿਰ ਨਿਰੰਤਰ ਕਿਸੇ ਵੇਲੇ ਵੀ ਜਪ ਸਕਦੇ ਹੋ। ਪੁੱਛਦੇ ਆ ਨਾ ਜੀ ਸਵੇਰੇ ਸਾਡੇ ਕੋਲ ਪਾਠ ਨਹੀਂ ਹੁੰਦਾ। ਕੋਈ ਨਹੀਂ ਗੱਲ ਭਾਈ, ਜੇ ਸਵੇਰੇ ਨਹੀਂ ਹੁੰਦਾ ਪ੍ਰਸ਼ਾਦਾ ਨਾ ਛਕਿਆ ਹੋਵੇ, ਸਵੇਰੇ ਸ਼ਾਮ ਨੂੰ ਛਕ ਹੀ ਲੈਨੇ ਆ। ਕਿਹੜਾ ਆਪਾਂ ਕਹਿੰਦੇ ਆ ਵੀ ਚਲੋ ਅੱਜ ਸਵੇਰੇ ਨਹੀਂ ਛਕਿਆ ਹੁਣ ਵੀ ਰਹਿਣ ਦਈਏ, ਇਦਾਂ ਤਾਂ ਨਹੀਂ ਆਖਦੇ। ਔਰ ਉਦਾਂ ਘਰਦਿਆਂ ਨੂੰ ਡਾਂਗਾਂ ਨਾਲ ਕੁੱਟਣ ਨੂੰ ਫਿਰਦਾ, ਛੇਤੀ ਲਿਆਓ ਪ੍ਰਸ਼ਾਦਾ, ਮਰ ਗਿਆ ਭੁੱਖਾ ਸਾਰਾ ਦਿਨ। ਉਦੋਂ ਤਾਂ ਨਹੀਂ ਕਹਿੰਦਾ ਵੀ ਅੱਜ ਸਵੇਰੇ ਨਹੀਂ ਛਕਿਆ, ਅੱਜ ਰਾਤ ਨੂੰ ਵੀ ਹੁਣ ਵੀ ਨਹੀਂ ਛਕਦਾ। ਉਦੋਂ ਤਾਂ ਸਵੇਰੇ ਜਿਹਨੇ ਮੰਨ ਲਓ 4 ਛਕਣੇ ਨੇ, ਸਵੇਰ ਦੀ ਕਸਰ ਵੀ ਸ਼ਾਮ ਨੂੰ ਕੱਢ ਲੈਨੇ ਆ। ਸਗੋਂ ਜਿਹਦੇ ਕੋਲੋਂ ਸਵੇਰੇ ਖੁੰਝ ਜੇ ਨਾ, ਉਹਨੂੰ ਸ਼ਾਮ ਨੂੰ 2 ਕਰਨੇ ਚਾਹੀਦੇ ਆ, 1 ਦੀ ਬਜਾਏ ਦੁੱਗਣੇ ਹੋਣ। ਜੇ ਸਵੇਰੇ 2 ਕਰਦਾ, ਸ਼ਾਮ ਨੂੰ 4 ਪੜ੍ਹੇ ਜਪਜੀ ਸਾਹਿਬ ਦੇ ਪਾਠ, ਤਾਂ ਬਾਣੀ ਹੈ ਮਹਾਰਾਜ ਜੀ ਦੀ ਅੰਮ੍ਰਿਤ ਸਰੂਪ। ਵਹਿਮ ਭਰਮ 'ਚ ਨਹੀਂ ਪੈਣਾ ਵੀ ਕਿਹੜੇ ਵੇਲੇ ਪੜ੍ਹੀਏ ਕਿਹੜੇ ਵੇਲੇ ਨਾ ਪੜ੍ਹੀਏ। ਤੋ ਇੱਥੇ ਪਾਤਸ਼ਾਹ ਕਹਿੰਦੇ ਅੰਤਲੇ ਸਮੇਂ ਵੀ ਇਸ ਪਾਵਨ ਬਾਣੀ ਨੂੰ ਪੜ੍ਹਨਾ ਹੈ। ਜਾਂ ਤੇ ਮੁਝ ਕੋ ਭੇਟਿਓ, ਇਹੀ ਅੰਤ ਕੋ ਚੋਲ। ਮਹਾਰਾਜ ਜੀ ਕਹਿੰਦੇ ਜਿਹੜੇ ਜਪਜੀ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਸਰੀਰ ਤਿਆਗਦੇ ਨੇ ਅੰਤਲੇ ਸਮੇਂ 'ਚ, ਉਹ ਮੇਰੇ ਵਿੱਚ ਆ ਕੇ ਅਭੇਦ ਹੁੰਦੇ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਹਨਾਂ ਦੀ ਭੇਟ, ਉਹਨਾਂ ਦਾ ਮੇਲ ਮੇਰੇ ਨਾਲ ਹੁੰਦਾ ਹੈ। ਇਹੀ ਅੰਤ ਕੋ ਚੋਲ, ਅੰਤ ਦਾ ਇਹੀ ਚੋਲਾ ਹੈ ਭਾਈ। ਉਹ ਮੇਰੇ ਸਰੀਰ ਵਿੱਚ ਆ ਕੇ, ਮੇਰੇ ਵਿੱਚ ਆ ਕੇ ਅਭੇਦ ਹੁੰਦੇ ਨੇ।
ਇਸ ਕਰਕੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਸਰੀਰ ਤਿਆਗਣਾ ਹੈ। ਏਕੋ ਓੰਕਾਰ ਕਹੋ ਪੁਨ ਸਤ ਗੁਰ ਪ੍ਰਸਾਦ। ਹਾਂ, ਕਹਿੰਦੇ ਏਕ ਓੰਕਾਰ ਸਤਿਗੁਰ ਪ੍ਰਸਾਦ, ਇਹ ਜੋ ਮੰਗਲ ਹੈ। ਸਤ ਨਾਮ ਕਰਤਾ ਪੁਰਖ ਜਪ ਹੈ ਜਾਪ ਅਹਲਾਦ। ਜਿਸ ਦਾ ਨਾਮ ਸਤ ਹੈ, ਜੋ ਸਾਰੇ ਜਗਤ ਦਾ ਕਰਤਾ ਹੈ, ਪੁਰਖ ਪੂਰਨੇ ਵਾਲਾ ਹੈ। ਭਾਈ ਇਹ ਜਿਹੜੀ ਮੂਲ ਮੰਤਰ ਦੀ ਬਾਣੀ ਆਉਂਦੀ ਹੈ, ਇਹਦੇ ਵਿੱਚ ਪ੍ਰਾਰੰਭ ਵਿੱਚ ਮੁੱਢ 'ਚ ਭਾਈ ਇਹਦੇ ਜਾਪ ਨੂੰ ਬੜੀ ਖੁਸ਼ੀ ਨਾਲ ਅਹਲਾਦ ਕਹਿੰਦੇ ਖੁਸ਼ੀ ਨਾਲ ਜਪਣਾ ਹੈ। ਜਪੇ ਜਾਪ ਤਨ ਤਾਪ ਖਪ ਆਰ ਬਲਾ ਵੱਧ ਜਾਏ। ਜਿਹੜਾ ਇਸ ਪਾਵਨ ਬਾਣੀ ਦੇ ਜਾਪ ਨੂੰ ਜਪਦਾ ਹੈ, ਉਹਦੇ ਤਿੰਨੇ ਤਾਪਾਂ ਦਾ ਨਾਸ ਹੋ ਜਾਂਦਾ ਹੈ। ਜਪੇ ਜਾਪ ਤਨ ਤਾਪ ਖਪ, ਤਿੰਨੇ ਤਾਪ ਉਹਦੇ ਸਰੀਰ ਦੇ ਖੱਪ ਜਾਂਦੇ ਨੇ ਜਿਹੜਾ ਇਸ ਜਾਪ ਨੂੰ ਜਪਦਾ ਹੈ। ਆਰ ਬਲਾ ਵੱਧ ਜਾਏ, ਕਹਿੰਦੇ ਉਮਰਾਂ ਵੀ ਵੱਧ ਜਾਂਦੀ ਹੈ ਬਾਣੀ ਦੇ ਨਾਲ। ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅਸਲ ਵਿੱਚ ਜਿਹੜਾ ਉੱਚਾ ਸੁੱਚਾ ਜੀਵਨ ਹੈ, ਉਹ ਜੀਵਨ ਬਖਸ਼ ਦਿੰਦੇ ਹਨ। ਕਰਹਿ ਕਾਮਨਾ ਜਥਾ ਉਰ ਤਥਾ ਜਾਪ ਤੇ ਪਾਏ। ਜਿਹੋ ਜੀ ਕੋਈ ਕਾਮਨਾ ਰੱਖਦਾ ਆਪਣੇ ਹਿਰਦੇ ਵਿੱਚ, ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦਿਆਂ ਉਹਨੂੰ ਤੈਸੀ ਕਾਮਨਾ ਦੀ ਪੂਰਤੀ ਹੁੰਦੀ ਹੈ। ਜੈਸੀ ਜੈਸੀ ਵੀ ਕੋਈ ਕਾਮਨਾ ਰੱਖ ਕੇ ਇਸ ਪਾਵਨ ਬਾਣੀ ਨੂੰ ਪੜ੍ਹਦਾ ਹੈ, ਮਹਾਰਾਜ ਜੀ ਕਹਿੰਦੇ ਭਾਈ ਉਸ ਦੀਆਂ ਸਾਰੀਆਂ ਕਾਮਨਾਵਾਂ ਦੀ ਇੱਕ ਗੱਲ ਚੇਤੇ ਰੱਖਣੀ ਹੈ, ਕਾਮਨਾ ਕਰਨ ਦੇ ਨਾਲ ਜੋ ਸੰਕਲਪ ਹੋਣਾ ਚਾਹੀਦਾ ਉਹ ਸ਼ੁੱਧ ਹੋਣਾ ਚਾਹੀਦਾ ਕਿ ਜੋ ਮੈਂ ਕਾਮਨਾ ਕਰਾਂ ਉਹਦੇ ਨਾਲ ਕਿਸੇ ਦੂਸਰੇ ਦਾ ਨੁਕਸਾਨ ਨਾ ਹੋਵੇ। ਇਹ ਨਹੀਂ ਕਿ ਕਾਮਨਾ ਕੀਤੀ ਵੀ ਮੇਰਾ ਭਲਾ ਹੋਵੇ, ਦੂਜੇ ਡਿੱਗਦੇ ਨੇ ਟੱਠੇ ਖੂਹ 'ਚ ਪੈਣ, ਐਸਾ ਨਹੀਂ ਹੈ। ਐਸਾ ਕਰਨ ਵਾਲਿਆਂ ਨੂੰ ਤਾਂ ਭਾਈ ਆਪ ਹੀ ਡਿੱਗਣਾ ਪੈਂਦਾ। ਕਾਮਨਾ ਸ਼ੁੱਧ ਹੋਣੀ ਚਾਹੀਦੀ ਹੈ, ਫੁਰਨਾ ਸ਼ੁੱਧ ਹੋਣਾ ਚਾਹੀਦਾ। ਤੋ ਜਪਜੀ ਸਾਹਿਬ ਦੀ ਬਾਣੀ ਦੇ ਪੜ੍ਹਨ ਦੇ ਮਾਤਰ ਨਾਲ ਸਾਰੀਆਂ ਕਾਮਨਾਵਾਂ ਪੂਰਨ ਹੁੰਦੀਆਂ ਹਨ। ਜੋ ਕਾਮਨਾ ਰੱਖ ਲਈਏ ਮਹਾਰਾਜ ਜੀ ਦੀ ਪਾਵਨ ਬਾਣੀ 'ਚ ਪੂਰਨ, ਪਰ ਕਾਮਨਾ ਸ਼ੁਭ ਹੋਣੀ ਚਾਹੀਦੀ ਹੈ। ਨਾਰੀ ਸੁਤ ਕੇ ਕਾਰਨੇ ਅਖਿਰ ਜਪ ਅਰ ਤੈਨ। ਕਿਸੇ ਇਸਤਰੀ ਦੇ ਮਨ 'ਚ ਕਾਮਨਾ ਹੈ ਕਿ ਮੈਨੂੰ ਸੰਤਾਨ ਦੀ ਪ੍ਰਾਪਤੀ ਹੋਵੇ, ਸੰਤਾਨ ਨਹੀਂ ਹੈ ਘਰ ਵਿੱਚ, ਸੰਤਾਨ ਦੀ ਪ੍ਰਾਪਤੀ ਦੀ ਇੱਛਾ ਹੈ, ਤਾਂ ਉਹ ਨਾਰੀ ਇਸਤਰੀ ਸ੍ਰੀ ਜਪਜੀ ਸਾਹਿਬ ਦਾ ਪਾਠ ਆਪਣੇ ਮੁਖ ਨਾਲ ਕਰੇ। ਸਕਲ ਕਾਮ ਸਾਧਨ ਸਿਧੈ ਸਾਧਕ ਸੁਖ ਬਹੁ ਚੈਨ। ਉਹਨੂੰ ਸੰਤਾਨ ਦੀ ਪ੍ਰਾਪਤੀ ਹੋਵੇਗੀ। ਸਾਧਕ ਪੜ੍ਹੇਗਾ ਕਿ ਮੇਰਾ ਹਿਰਦਾ ਸ਼ੁੱਧ ਹੋ ਜਾਏ, ਅੰਤਸ਼ਕਰਨ ਸ਼ੁੱਧ ਹੋ ਜਾਏ, ਤਾਂ ਜਪਜੀ ਸਾਹਿਬ ਦਾ ਪਾਠ ਕਰਕੇ ਅੰਤਸ਼ਕਰਨ ਸ਼ੁੱਧ ਹੋਵੇਗਾ। ਸਾਧਕਾਂ ਨੂੰ ਸਾਰੇ ਸੁੱਖ ਇਸ ਪਵਿੱਤਰ ਪਾਵਨ ਬਾਣੀ ਜਪਜੀ ਸਾਹਿਬ ਦੇ ਵਿੱਚੋਂ ਪ੍ਰਾਪਤ ਹੁੰਦੇ ਹਨ। ਦੋਹਰਾ ਸ਼੍ਰੀ ਗੁਰ ਅਰਜਨ ਬਚਨ ਜਬ ਸੁਨਿਓ ਸਿੱਖ ਸੁਖਦਾਏ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਹ ਪਾਵਨ ਬਚਨ ਜੋ ਪੰਡਤ ਜੀ ਨੂੰ ਸੁਆਪਨ ਦੇ ਵਿੱਚ ਪ੍ਰਾਪਤ ਹੋਏ, ਕਲਗੀਧਰ ਸੁਆਮੀ ਜੀ ਦੇ ਦਰਬਾਰ ਦੇ ਵਿੱਚ ਉਹ ਪ੍ਰਗਟ ਹੋਏ। ਸਾਰੇ ਸਿੱਖਾਂ ਨੇ ਬੜੇ ਪਿਆਰ ਨਾਲ ਸਤਿਕਾਰ ਨਾਲ ਇਹ ਪਾਵਨ ਬਚਨ ਸੁਣੇ। ਤਾਂ ਦਿਨ ਤੇ ਤਨ ਘਰ ਸੁਰ ਪੜੈ ਮਿਟਿਓ ਦੁਖ ਕੋ ਭਾਏ। ਇਹਨੇ ਨੂੰ ਉਹ ਜਿਹੜਾ ਸਿੱਖ ਸਰਾਂ ਦੇ ਵਿੱਚ ਸੀ ਨਾ, ਜਿਹਨੂੰ ਪ੍ਰੇਤ ਚਿੰਬੜਿਆ ਸੀ, ਉਹ ਆ ਗਿਆ ਮਹਾਰਾਜ ਜੀ ਕੋਲ, ਲੈ ਆਏ ਉਹਨੂੰ। ਮਹਾਰਾਜ ਜੀ ਨੇ ਇੱਕ ਬਚਨ ਕੀਤਾ, ਭਾਈ ਗੁਰਮੁਖਾ ਜਪਜੀ ਸਾਹਿਬ ਦਾ ਪਾਠ ਕਰਿਆ ਕਰ। ਉਹਨੇ ਉਸੇ ਦਿਨ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਉਹ ਜਿਹੜੀ ਭਿਆਨਕ ਆਤਮਾ ਪ੍ਰੇਤ ਉਹਨੂੰ ਆ ਚਿੰਬੜਿਆ ਸੀ, ਉਹ ਛੱਡ ਕੇ ਚਲਾ ਗਿਆ। ਮੁੜ ਕੇ ਉਸ ਨੂੰ ਪ੍ਰੇਤ ਨਹੀਂ ਆ ਕੇ ਚਿੰਬੜਿਆ। ਜਪਜੀ ਸਾਹਿਬ ਦੇ ਪਾਠ ਦੇ ਨਾਲ, ਕਿਉਂਕਿ ਕਥਾ ਵਿੱਚ ਆਇਆ ਸੀ ਨਾ ਬਚਨਾ 2-3 ਦਿਨ ਪਹਿਲਾਂ ਜਦੋਂ ਇਹ ਮਹਾਤਮ ਪ੍ਰਾਰੰਭ ਹੋਇਆ, ਕਿ ਇੱਕ ਸਿੱਖ ਦੇ ਸਰੀਰ 'ਚ ਪ੍ਰੇਤ ਆਇਆ। ਮਹਾਰਾਜ ਜੀ ਨੇ ਬਚਨ ਕੀਤਾ, ਜਪਜੀ ਨਹੀਂ ਪੜ੍ਹਦਾ ਹੋਣਾ ਤਾਂ ਆਇਆ। ਉਹਨੇ ਜਪਜੀ ਸਾਹਿਬ ਦਾ ਪਾਠ ਕੀਤਾ, ਪਾਠ ਕਰਨਾ ਸ਼ੁਰੂ ਕਰ ਦਿੱਤਾ। ਜਿਸ ਦਿਨ ਤੋਂ ਪੜਨ ਲੱਗਾ, ਮੁੜ ਕੇ ਫਿਰ ਕੋਈ ਭੂਤ ਪ੍ਰੇਤ ਦੀ ਵਾਯੂ ਉਹਦੇ ਸਰੀਰ ਵਿੱਚ ਨਹੀਂ ਆਈ। ਅਬ ਸੁਨੀਏ ਇੱਕ ਜਪ ਪੜੈ ਸਤਿਗੁਰ ਸਿੱਖ ਕੇ ਸੰਗ। ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਰੋਜ਼ ਇੱਕ ਪਾਠ ਵੀ ਕਰ ਲੈ,
ਆਖੋ ਸਤਨਾਮ। ਸ੍ਰੀ ਵਾਹਿਗੁਰੂ। 5 10 20 ਪਿੱਛੇ 10 ਆਏ ਨੇ ਵੀ 10 ਪਾਠ ਕਦੋਂ ਕਰਨੇ ਆ। 20 30 40 ਪਾਠ 50 50 ਪਾਠ ਕਰਨ ਵਾਲੇ ਵੀ ਸਿੱਖ ਹਨ। ਕਹਿੰਦੇ ਮੰਨ ਲਓ ਕਿ ਕੋਈ ਇੱਕ ਪਾਠ ਵੀ ਕਰਦਾ ਰੋਜ਼ ਜਪਜੀ ਸਾਹਿਬ ਦਾ, ਭਾਈ ਉਹਦੇ ਨਾਲ ਸਤਿਗੁਰੂ ਜੀ ਅੰਗ ਸੰਗ ਹੋ ਕੇ ਵਰਤਦੇ ਹਨ। ਅੰਮ੍ਰਿਤ ਵੇਲੇ ਪੜ੍ਹ ਲੈ ਨਾ, ਇੱਕ ਪਾਠ ਕਰ ਲੈ ਜਪਜੀ ਸਾਹਿਬ ਦਾ, ਸਤਿਗੁਰੂ ਜੀ ਅੰਗ ਸੰਗ ਰਹਿੰਦੇ ਸਾਰਾ ਦਿਨ ਸਿੱਖ ਦੇ ਨਾਲ, ਅੱਠੇ ਪੈਰ। ਜਦੋਂ ਜਪਜੀ ਸਾਹਿਬ ਪੜ੍ਹੇਗਾ ਉਹਨੂੰ ਇਹ ਮਹਿਸੂਸ ਹੋਵੇਗਾ, ਅਨੁਭਵ ਹੋਵੇਗਾ ਕਿ ਸਤਿਗੁਰੂ ਜੀ ਮੇਰੇ ਅੰਗ ਸੰਗ ਹਨ। ਜਪਜੀ ਸਾਹਿਬ ਦੀ ਬਾਣੀ ਨਾਲ ਇੱਕ ਐਸਾ ਆਭਾ ਚੱਕਰ ਬਣ ਜਾਂਦਾ ਸਾਡੇ ਸਰੀਰ ਦੇ ਨਾਲ, ਫਿਰ ਗੁਰੂ ਸਾਹਿਬ ਅੰਗ ਸੰਗ ਪ੍ਰਤੀਤ ਹੁੰਦੇ ਨੇ। ਇਸ ਕਰਕੇ ਕਹਿੰਦੇ ਅਬ ਸੁਣੀਏ ਇੱਕ ਜਪ ਪੜਾ ਹੈ। ਸੁਣੋ ਭਾਈ, ਜਿਹੜਾ ਇੱਕ ਪਾਠ ਵੀ ਜਪਜੀ ਸਾਹਿਬ ਦਾ ਕਰਦਾ ਹੈ, ਸਤਿਗੁਰ ਸਿੱਖ ਕੇ ਸੰਗ, ਉਸ ਸਿੱਖ ਦੇ ਨਾਲ ਸਤਿਗੁਰੂ ਜੀ ਰਹਿੰਦੇ ਹਨ। ਭੁਗਤ ਮੁਕਤ ਬਖਸ਼ੀ ਗੁਰੂ ਦਰਗਹਿ ਜਾਹਿ ਨਿਸੰਗ। ਔਰ ਇੱਥੇ ਹੀ ਬਸ ਨਹੀਂ, ਉਹਨੂੰ ਭੁਗਤੀ ਵੀ ਤੇ ਮੁਕਤੀ ਵੀ ਸਤਿਗੁਰੂ ਜੀ ਬਖਸ਼ ਦਿੰਦੇ ਨੇ। ਜਿਹੜਾ ਇੱਕ ਪਾਠ ਵੀ ਕਰ ਲੈਂਦਾ ਰੋਜ਼, ਉਹਨੂੰ ਭੁਗਤੀ ਵੀ ਬਖਸ਼ ਦਿੰਦੇ ਨੇ, ਮੁਕਤੀ ਵੀ ਬਖਸ਼ ਦਿੰਦੇ ਨੇ, ਔਰ ਅੱਗੇ ਫਿਰ ਦਰਗਾਹ ਵਿੱਚ ਆਪਣੇ ਚਰਨਾਂ 'ਚ ਥਾਂ ਵੀ ਬਖਸ਼ ਦਿੰਦੇ ਨੇ। ਗੁਰ ਦਰਗਾਹ ਜਾਏ ਨਿਸੰਗ, ਨਿਸੰਗ ਹੋ ਕੇ ਉਹ ਗੁਰੂ ਸਾਹਿਬ ਜੀ ਦੀ ਦਰਗਾਹ ਵਿੱਚ ਜਾਂਦਾ ਹੈ। ਸਭ ਪ੍ਰਸੰਗ ਕੇ ਅੰਤ ਮਹਿ ਕਹਿ ਦਸਵੇਂ ਪਾਤਸ਼ਾਹ। ਏਦਾਂ ਸਾਰੇ ਪ੍ਰਸੰਗ ਦੇ ਅੰਤ ਵਿੱਚ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਬਚਨ ਕਹੇ। ਕਰਿਓ ਨੇਮ ਨਿਤ ਜਪ ਪੜੇ ਸਭ ਬੈ ਲਗ ਨਿਰਬਾਹ। ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਜਿਹੜਾ ਗੁਰੂ ਕਾ ਸਿੱਖ ਹੈ ਉਹ ਸ੍ਰੀ ਜਪਜੀ ਸਾਹਿਬ ਦਾ ਪਾਠ ਨੇਮ ਨਾਲ ਪੜੇ, ਨਿਤ ਨੇਮ ਨਾਲ। ਨੇਮ ਦਾ ਮਤਲਬ ਜਿਹੜਾ ਕਦੇ ਖੁੰਝੇ ਨਾ, ਉਹਨੂੰ ਨੇਮ ਕਹਿੰਦੇ ਨੇ। ਤੇ ਮੇਰੀ ਸੁਰਤ ਦੇ ਮੁਤਾਬਕ ਨਿਤਨੇਮ ਉਹ ਹੈ ਜਿਹੜਾ ਸੁੱਤੇ ਸਿੱਧ ਹੋ ਜਾਏ, ਜਿਸ ਨੂੰ ਕਰਨ ਲਈ ਸਾਨੂੰ ਕੋਈ ਯਤਨ ਨਾ ਕਰਨਾ ਪਵੇ, ਉਹਨੂੰ ਨਿਤਨੇਮ ਕਹਿੰਦੇ ਆ। ਜਿਵੇਂ ਸਾਹ ਲੈਣਾ ਸੁੱਤੇ ਸਿੱਧ ਹੀ ਹੋ ਰਿਹਾ, ਅਸੀਂ ਆਪ ਤਾਂ ਨਹੀਂ ਲੈਂਦੇ, ਸੁਭਾਵਕ ਹੀ ਹੋ ਰਿਹਾ ਨਾ। ਅੱਖਾਂ ਦਾ ਫਰਕਣਾ ਸੁੱਤੇ ਸਿੱਧ ਹੀ ਹੋ ਰਿਹਾ, ਅਸੀਂ ਆਪ ਤਾਂ ਨਹੀਂ ਫਰਕਾਉਂਦੇ, ਤਾਂ ਸੁੱਤੇ ਸਿੱਧ ਫਰਕ ਰਹੀਆਂ ਨੇ ਆਪਣੇ ਟਾਈਮ ਦੇ ਨਾਲ। ਸਾਹ ਸੁੱਤੇ ਸਿੱਧ ਹੋ ਰਹੇ ਨੇ। ਜੋ ਸਾਡੇ ਸਰੀਰ ਦੀਆਂ ਬਾਕੀ ਕਿਰਿਆਵਾਂ ਨੇ, ਹਿਰਦੇ ਦਾ ਧੜਕਣਾ ਸੁੱਤੇ ਸਿੱਧ ਹੋ ਰਿਹਾ ਹੈ। ਇਸੇ ਤਰ੍ਹਾਂ ਨਿਤਨੇਮ ਵੀ ਜਿਹੜਾ ਸੁੱਤੇ ਸਿੱਧ ਹੀ ਹੋ ਜਾਏ ਬਿਨਾਂ ਕਿਸੇ ਯਤਨ ਤੋਂ, ਉਹਨੂੰ ਨਿਤਨੇਮ ਕਹਿੰਦੇ ਹਨ। ਤੇ ਸੁੱਤੇ ਸਿੱਧ ਕਰਨ ਵਾਸਤੇ ਪਹਿਲਾਂ ਹੱਠ ਕਰਕੇ ਉੱਠਣਾ ਪੈਂਦਾ। ਸੁੱਤੇ ਸਿੱਧ ਹੋ ਜਾਏ ਉਹਦੇ ਲਈ ਪਹਿਲਾਂ ਨਿਯਮ ਬਣਾਉਣਾ ਪੈਂਦਾ। ਨਿਯਮ ਬਣ ਜਾਏ ਤੇ ਫਿਰ ਸੁੱਤੇ ਸਿੱਧ ਦੀ ਪ੍ਰਕਿਰਿਆ ਹੋ ਜਾਂਦੀ ਹੈ। ਸਾਡੇ ਸਰੀਰ ਦੀ ਪਰਮੇਸ਼ਰ ਨੇ ਖੇਡ ਇਹੋ ਜਿਹੀ ਰਚੀ ਹੈ ਕਿ 40 ਦਿਨ ਤੋਂ ਬਾਅਦ ਅਗਰ ਸਰੀਰ ਦੇ ਇੱਕੋ ਕਿਰਿਆ ਇੱਕ ਟਾਈਮ ਦੇ ਵਿੱਚ ਅਸੀਂ ਕਰੀ ਜਾਈਏ, 40 ਦਿਨ ਲਗਾਤਾਰ ਕਰ ਲਈਏ, 41ਵੇਂ ਦਿਨ ਸੁੱਤੇ ਸਿੱਧ ਬਣ ਜਾਏਗੀ ਉੱਪਰ ਕਿਰਿਆ। 40 ਦਿਨ ਤੁਸੀਂ ਸ਼ਾਮ ਨੂੰ 3 ਵਜੇ, ਪੂਰੇ 3 ਵਜੇ ਚਾਹ ਪੀਣੀ ਸ਼ੁਰੂ ਕਰ ਦਿਓ ਵੀ ਪੀਣੀ ਹੈ। 40 ਦਿਨ ਪੀ ਲਓ, 41ਵੇਂ ਦਿਨ ਸਰੀਰ ਨੇ ਆਪੇ ਕਹਿਣਾ ਵੀ ਹੁਣ ਆਉਣੀ ਚਾਹੀਦੀ ਹੈ। ਨਹੀਂ ਤਾਂ ਤੁਸੀਂ 3 ਵਜੇ ਨਿਯਮ ਬਣਾ ਲਓ ਵੀ ਪ੍ਰਸ਼ਾਦਾ ਛਕਣਾ, ਭੋਜਨ ਛਕਣਾ। 41ਵੇਂ ਦਿਨ ਆਪਣੇ ਆਪ ਹੀ ਉਹਨੇ ਮੰਗਣਾ ਸਰੀਰ ਨੇ ਵੀ ਇਹ ਹੁਣ ਚਾਹੀਦਾ ਇਸ ਟਾਈਮ। ਉਹ ਮਿਲਦਾ ਰਹੇ, ਨੇਮ ਬਣਦਾ ਰਹਿੰਦਾ। ਜੇ ਅਸੀਂ ਉਸ ਨੇਮ ਨੂੰ ਟਾਲ ਦਈਏ 2-4 ਦਿਨ 5 ਦਿਨ, ਫਿਰ ਉਹ 40 ਦਿਨਾਂ ਤੇ ਫਿਰ ਗੱਲ ਪਹੁੰਚ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਰੋਜ਼ ਕਥਾ ਤੇ ਹਾਜ਼ਰੀ ਭਰਦੇ, ਉਹਨਾਂ ਦਾ ਵੀ ਨਿਤਨੇਮ ਹੈ ਕਿ ਨੇਮ ਬਣ ਗਿਆ ਵੀ 4 ਵਜੇ ਜਾਣਾ। ਉਹ ਘਰ ਵੀ ਹੋਣ ਭਾਵੇਂ ਬਾਹਰ ਵੀ ਹੋਣ, ਜੇ ਘਰੋਂ ਵੀ ਕਿਤੇ ਅਚਾਨਕ ਬਾਹਰ ਜਾਣਾ ਪਵੇ, 4 ਵਜੇ ਐਨ ਉਹਨਾਂ ਦੀ ਸੁਰਤ ਦੁੱਖ ਨਿਵਾਰਨ ਸਾਹਿਬ ਪਹੁੰਚ ਜਾਂਦੀ, ਖੜਕ ਜਾਂਦੀ, ਧਿਆਨ ਉੱਥੇ ਚਲਿਆ ਜਾਂਦਾ। ਉਹ ਵੇਖਦੇ ਆ ਵੀ ਤੇ ਬਾਹਰ ਕੋਈ ਟੀਵੀ ਲੱਗਾ ਹੋਵੇ ਕਿਤੇ, ਜਾਂ ਕੋਈ ਨੈਟ ਦੇ ਉੱਤੇ ਕਿਤੇ ਆ ਰਹੀ ਹੋਵੇ ਲਾਈਵ ਕਥਾ ਸੁਣਨੀ ਹੈ। ਉਹ ਸਰੀਰ ਨੂੰ ਪਰਮੇਸ਼ਰ ਨੇ ਨੇਮ ਬਣਾ ਦਿੱਤਾ ਹੈ। ਤੋ ਇਸ ਪ੍ਰਕਾਰ ਉਹ ਜੇ ਨੇਮ ਛੱਡ ਦਿਓਗੇ ਤੁਸੀਂ 2-4-10 ਦਿਨ ਨਾ ਆਓ ਤੁਸੀਂ ਕਥਾ ਤੇ, 11ਵੇਂ ਦਿਨ ਤੁਹਾਡਾ ਮਨ ਨਹੀਂ ਕਰਨਾ ਉਹਨਾਂ ਨੂੰ। ਫਿਰ ਉਹਨੂੰ ਦੁਬਾਰਾ ਰੁਟੀਨ ਬਣਾਉਣ ਲਈ ਫਿਰ 40 ਦਿਨ ਲਗਾਤਾਰ ਆਉਣਾ ਪੈਣਾ। ਇਸੇ ਕਰਕੇ ਪੁਰਾਣੇ ਮਹਾਂਪੁਰਸ਼ 40 ਦਿਨਾਂ ਦਾ ਜਾਪ ਕਰਾਉਂਦੇ ਸੀ ਵੀ 40 ਦਿਨ ਜਪੋ। ਇਹਦਾ ਮਤਲਬ ਇਹ ਨਹੀਂ ਸੀ ਵੀ ਛੇਲਾ ਕੱਟਣਾ 40 ਦਿਨਾਂ ਦਾ, 40 ਕੱਟਣਾ। ਉਹ ਕਹਿੰਦੇ ਵੀ 40 ਦਿਨਾਂ ਬਾਅਦ ਸਰੀਰ ਨੂੰ ਹੈਬਿਟ ਬਣ ਜਾਂਦੀ, ਆਦਤ ਬਣ ਜਾਂਦੀ ਹੈ, ਕੁਦਰਤੀ ਪ੍ਰਕਿਰਿਆ। ਤੋ ਨਿਤਨੇਮ
ਦੀ ਜਿਹੜੀ ਸਾਧਨਾ ਹੈ ਉਹ ਇਸੇ ਤਰ੍ਹਾਂ ਹੁੰਦੀ, ਫਿਰ ਸੁਤੇ ਸਿੱਧ ਹੀ ਹੋ ਜਾਂਦਾ, ਫਿਰ ਹੱਠ ਨਹੀਂ ਕਰਨਾ ਪੈਂਦਾ। ਤੋ ਜਦੋਂ ਸੁਤੇ ਸਿੱਧ ਹੋਣ ਲੱਗ ਪਏ ਉਦੋਂ ਕਹਿੰਦੇ ਨਿਤਨੇਮ। ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਕਾ ਸਿੱਖ ਹੈ ਉਹ ਨੇਮ ਦੇ ਨਾਲ ਨਿਤ ਜਪ ਪੜ੍ਹੇ, ਜਪਜੀ ਵੀ ਪੜ੍ਹੇ, ਜਾਪ ਸਾਹਿਬ ਵੀ ਪੜ੍ਹੇ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਹੋਏ, ਕਹਿੰਦੇ ਉਹਨਾਂ ਨੂੰ ਕਲਗੀਧਰ ਦੇ ਦੀਦਾਰ ਹੋਏ, ਦਰਸ਼ਨ ਹੋਏ, ਮਹਾਰਾਜ ਜੀ ਦੇ ਦਰਸ਼ਨ ਹੋਏ ਤੇ ਸਤਿਗੁਰਾਂ ਬਚਨ ਨਹੀਂ ਕੀਤਾ, ਅੱਗੋਂ ਕੋਈ ਗੱਲਬਾਤ ਨਹੀਂ ਕੀਤੀ। ਬੜੇ ਮਨ ਚ ਦੁਖੀ ਹੋਏ ਵੀ ਬਾਦਸ਼ਾਹ ਨੇ ਬਚਨ ਨਹੀਂ ਕੀਤੇ। ਬੇਨਤੀ ਕੀਤੀ, ਮਹਾਰਾਜ ਬਚਨ ਕਿਉਂ ਨਹੀਂ ਕਰਦੇ? ਕਹਿੰਦੇ ਸਾਡੀ ਬਾਣੀ ਪੜੋਗੇ ਜਾਪ ਸਾਹਿਬ ਤਦੇ ਬਚਨ ਕਰਾਂਗੇ, ਬਚਨ ਦਾ ਤੁਸੀਂ ਨਹੀਂ ਕਰਦੇ, ਸਾਡੀ ਬਾਣੀ ਦਾ ਪੜ੍ਹਦੇ ਨਹੀਂ ਤੁਸੀਂ। ਇਸ ਕਰਕੇ ਜਪਜੀ ਦੇ ਨਾਲ ਜਾਪ ਸਾਹਿਬ ਵੀ ਪੜ੍ਹਨਾ। ਰਹਿਤਨਾਮਿਆਂ ਦੇ ਬਚਨ ਨੇ। ਜਪ ਤੇ ਜਾਪ ਤੋਂ ਬਿਨਾਂ ਜਿਹੜੇ ਪ੍ਰਸ਼ਾਦ ਛਕਦੇ ਨੇ, ਭੋਜਨ ਛਕਦੇ ਨੇ, ਉਹ ਵਿਸ਼ਟਾ ਤੇ ਗੰਦਗੀ ਦੇ ਕੀੜੇ ਹਨ। ਜਪਜੀ ਔਰ ਜਾਪ ਤੋਂ ਬਿਨਾਂ ਪਤਾ ਨਹੀਂ ਕਿਵੇਂ ਆ ਕੁਝ ਕੁ ਮੂਰਖ ਲੋਕਾਂ ਨੇ ਪਿੱਛੇ ਜਾਪ ਸਾਹਿਬ ਤੇ ਵੀ ਕਿੰਤੂ ਪਰੰਤੂ ਕੀਤੇ, ਮਹਾਰਾਜ ਜੀ ਦੀ ਪਾਵਨ ਬਾਣੀ ਦੇ ਉੱਤੇ ਕਿੰਤੂ ਪਰੰਤੂ ਕੀਤੇ। ਜੀ ਇਹ ਤਾਂ ਬਾਣੀ ਨਹੀਂ, ਖਬਰੇ ਉਹਨਾਂ ਨੂੰ ਮਹਾਰਾਜ ਜੀ ਦੀ ਬਾਣੀ ਦਾ ਰਸ ਨਹੀਂ ਆਉਂਦਾ। ਜਾਂ ਸਾਹਿਬ ਉਹ ਜਿਵੇਂ ਕਹਿੰਦੇ ਆ ਨਾ ਵੀ ਅੱਖਾਂ ਤੋਂ ਅੰਨੇ ਨੂੰ ਸਾਹਮਣੇ ਸ਼ੀਸ਼ਾ ਲਿਆ ਕੇ ਰੱਖ ਦਿਓ, ਕੀ ਦਿਸਣਾ ਉਹਨੂੰ? ਉਹ ਅੰਨੇ ਨੇ ਅੱਖਾਂ ਤੋਂ ਜਿਨ੍ਹਾਂ ਨੂੰ ਸਾਹਿਬ ਦੀ ਜਾਪ ਸਾਹਿਬ ਦੀ ਬਾਣੀ ਤੇ ਵੀ ਕਿੰਤੂ ਪਰੰਤੂ ਸੁਝਦਾ ਹੈ, ਤਰਕ ਕੁਤਰਕ ਸੁਝਦੀ ਹੈ। ਤੋ ਇਹ ਕਲਗੀਧਰ ਪਾਤਸ਼ਾਹ ਦੀ ਪਾਵਨ ਅੰਮ੍ਰਿਤ ਬਾਣੀ ਹੈ। ਜਾਪ ਸਾਹਿਬ ਤੋਂ ਲੈ ਕੇ ਜ਼ਫਰਨਾਮੇ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਅੱਖਰ ਅੱਖਰ। ਏਕ ਓੰਕਾਰ ਤੋਂ ਲੈ ਕੇ 18, 10, 20 ਤੱਕ ਮਹਾਰਾਜ ਜੀ ਦੀ ਪਾਵਨ ਅੱਖਰ ਅੱਖਰ ਗੁਰੂ ਸਾਹਿਬ ਜੀ ਦੀ ਧੁਰ ਕੀ ਬਾਣੀ ਹੈ। ਤੋ ਜਪਜੀ ਸਾਹਿਬ ਵੀ ਪੜ੍ਹਨਾ ਤੇ ਜਾਪ ਸਾਹਿਬ ਵੀ ਪੜ੍ਹਨਾ ਨੇਮ ਦੇ ਨਾਲ। ਸਭ ਬੈ ਲਗ ਨਿਰਵਾਹੋ, ਸਾਰੀ ਉਮਰ ਤੱਕ ਇਹਦਾ ਨਿਰਵਾਹ ਕਰਨਾ। ਜਦੋਂ ਤੱਕ ਪਰਮੇਸ਼ਰ ਨੇ ਸਵਾਸ ਦਿੱਤੇ ਨੇ ਉਦੋਂ ਤੱਕ ਇਸ ਨੇਮ ਦਾ ਨਿਰਵਾਹ ਕਰਨਾ ਹੈ। ਆਤਮਦਰਸ਼ੀ ਕੀ ਗਤੀ ਪ੍ਰਾਪਤ ਤਿਸ ਕੋ ਹੋਏ। ਜਿਹੜਾ ਸਾਰੀ ਜ਼ਿੰਦਗੀ ਇਸ ਪਾਵਨ ਬਾਣੀ ਦਾ ਨੇਮ ਨਿਭਾਉਂਦਾ ਹੈ ਅੰਤਲੇ ਸਵਾਸਾਂ ਤੱਕ, ਮਹਾਰਾਜ ਜੀ ਕਹਿੰਦੇ ਉਸ ਨੂੰ ਆਤਮਦਰਸ਼ੀ ਗਤੀ ਦੀ ਪ੍ਰਾਪਤੀ ਹੁੰਦੀ ਹੈ। ਉਹ ਆਤਮ ਗਿਆਨ ਨੂੰ ਪ੍ਰਾਪਤ ਹੋ ਜਾਂਦਾ ਹੈ, ਬ੍ਰਹਮ ਗਿਆਨ ਵਿੱਚ ਅਭੇਦ ਹੋ ਜਾਂਦਾ, ਉਸ ਦੀ ਆਤਮਾ ਪਰਮਾਤਮਾ ਵਿੱਚ ਵਿਲੀਨ ਹੋ ਕੇ ਆਵਾਗਾਉਣ ਤੋਂ ਰਹਿਤ ਹੋ ਜਾਂਦੀ ਹੈ। ਉਹ ਪਰਮ ਸੱਤ ਵਿੱਚ ਜਦੋਂ ਵਿਲੀਨ ਹੋ ਜਾਂਦਾ। ਵੇਖੋ ਇਸ ਪਾਵਨ ਬਾਣੀ ਦਾ ਮਹਾਤਮ। ਜਦੋਂ ਬਿਨਾਂ ਨਾਗੇ ਤੋਂ ਅੰਤਲੇ ਸਾਹਾਂ ਤੱਕ ਇਸ ਪਾਵਨ ਬਾਣੀ ਨੂੰ ਪੜ੍ਹਦਾ ਸਿੱਖ ਤਾਂ ਆਤਮਦਰਸ਼ੀ ਹੋ ਜਾਂਦਾ। ਆਤਮਦਰਸ਼ੀ ਆਪਣੀ ਆਤਮਾ ਦੇ ਦਰਸ਼ਨ ਕਰ ਲੈਂਦਾ ਔਰ ਆਤਮਦਰਸ਼ੀ ਹੋ ਕੇ ਉਸ ਪਰਮ ਸੱਤ ਦੇ ਵਿੱਚ ਜਾ ਕੇ ਅਭੇਦ ਹੋ ਜਾਂਦਾ ਹੈ। ਰਹਿ ਸੰਗ ਤੇ ਸਤਿਗੁਰੂ ਪਾਏ ਸਹਾਇਕ ਸੋਏ। ਸਤਿਗੁਰੂ ਜੀ ਉਹਦੇ ਅੰਗ ਸੰਗ ਰਹਿੰਦੇ ਨੇ, ਅੱਗੇ ਪਰਲੋਕ ਵਿੱਚ ਵੀ ਉਸ ਸਿੱਖ ਦੀ ਮਹਾਰਾਜ ਜੀ ਸਹਾਇਤਾ ਕਰਦੇ ਨੇ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ। ਉੱਥੇ ਵੀ ਸਤਿਗੁਰੂ ਜੀ ਅੰਗ ਸੰਗ ਹੋ ਕੇ ਇਹਦੇ ਨਾਲ ਨਿਭਦੇ ਨੇ, ਇਹਦੇ ਸਹਾਇਕ ਹੁੰਦੇ ਨੇ, ਮਦਦਗਾਰ ਹੁੰਦੇ ਨੇ। ਜਿਉ ਤੰਨੇ ਕੀ ਤੇਨ ਕੋ ਠਾਕਰ ਚਾਰੇ ਨਿਤ। ਕਹਿੰਦੇ ਜਿਵੇਂ ਭਗਤ ਧੰਨਾ ਜੀ ਦੀਆਂ ਗਾਵਾਂ ਨਹੀਂ ਚਾਰਦੇ ਠਾਕੁਰ ਜੀ, ਨਿਤੀ ਚਾਰਦੇ, ਉਹਦੇ ਪ੍ਰੇਮ ਦੇ ਵਸੀਕਾਰ ਹੋਏ। ਜਦੋਂ ਧੰਨਾ ਜੀ ਨੇ ਕਿਹਾ ਮਹਾਰਾਜ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ, ਤੇ ਮਹਾਰਾਜ ਮੈਂ ਕੱਲਾ ਸਾਰਾ ਦਿਨ ਖੇਤ ਵੀ ਵਾਵਾਂ, ਨੱਕੇ ਵੀ ਮੋੜਾਂ ਤੇ ਗਊਆਂ ਵੀ ਚਾਰਾਂ, ਘਟੋ ਘੱਟ ਇੱਕ ਅੱਧਾ ਕੰਮ ਤਾਂ ਤੁਸੀਂ ਲਓ, ਭਗਤੀ ਵੀ ਕਰਾਂ। ਐਨ ਭੋਲੇ ਭਾਲੇ ਬਿਰਤੀ ਚ ਭਗਤੀ ਕੀਤੀ ਭਗਤ ਧੰਨਾ ਜੀ ਨੇ। ਕੋਈ ਛਲ ਨਹੀਂ, ਕੋਈ ਫਰੇਬ ਨਹੀਂ, ਕੋਈ ਕਪਟ ਨਹੀਂ, ਬਿਲਕੁਲ ਭੋਲੇ ਭਾ। ਭਗਤ ਹੁੰਦੇ ਹੀ ਭੋਲੇ ਭਾ ਹਨ। ਉਹਨਾਂ ਨੂੰ ਨਹੀਂ ਵਲ ਛਲ ਆਉਂਦੇ ਦੁਨੀਆ ਦੇ, ਪਰਮੇਸ਼ਰ ਅੱਗੇ ਨਹੀਂ ਕੋਈ ਵਲ ਛਲ ਰੱਖਦੇ। ਉਹ ਐਨ ਭੋਲੇ ਭਾ ਨਿਸ਼ਕਪਟ ਹੋ ਗਏ, ਜਿਵੇਂ ਇੱਕ ਬਾਲਕ ਹੁੰਦਾ ਨਾ ਨਿਸ਼ਕਪਟ।
ਕਹਿੰਦੇ ਜਿਵੇਂ ਧੰਨੇ ਦੀਆਂ ਗਾਵਾਂ ਠਾਕੁਰ ਜੀ ਨਿਤ ਚਾਰਦੇ ਹਨ, ਕਰ ਪ੍ਰਤੀਤ ਨਿਤ ਜਪ ਪੜੇ ਤਿਮ ਤੇ ਸਤਿਗੁਰ ਮਿੱਤ। ਇਸੇ ਤਰ੍ਹਾਂ ਜਿਹੜੇ ਭਰੋਸਾ ਰੱਖ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਜਾਪ ਸਾਹਿਬ ਦਾ ਪਾਠ ਕਰਦੇ ਨੇ, ਮਹਾਰਾਜ ਜੀ ਕਹਿੰਦੇ ਸਤਿਗੁਰੂ ਜੀ ਉਹਦੇ ਮਿੱਤਰ ਬਣ ਕੇ ਉਹਦੇ ਨਾਲ ਰਹਿ ਕੇ ਉਹਦੇ ਸਾਰੇ ਹੀ ਕੰਮ ਸਵਾਰਦੇ ਨੇ। ਜਿਵੇਂ ਧੰਨੇ ਦੇ ਨਾਲ ਰਹਿ ਕੇ ਭਗਵਾਨ ਜੀ ਉਹਦੀਆਂ ਗਊਆਂ ਚਾਰਦੇ ਆ ਨਾ, ਏਦਾਂ ਸਤਿਗੁਰੂ ਜੀ ਉਸ ਸਿੱਖ ਦੇ ਨਾਲ ਹੋ ਕੇ ਉਹਦੇ ਸਾਰੇ ਹੀ ਕੰਮ ਸਵਾਰਦੇ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਹਰ ਹਰ ਚਰਨ ਹਿਰਦੈ ਔਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਸਤਿਗੁਰੂ ਜੀ ਫਿਰ ਉਸ ਸਿੱਖ ਦੇ ਸਾਰੇ ਕਾਰਜ ਸਵਾਰਦੇ ਨੇ। ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਉਸ ਸਿੱਖ ਦੇ ਨਾਲ ਅੰਗ ਸੰਗ ਹੋ ਕੇ ਵਰਤ ਕੇ ਉਸ ਦੇ ਕਾਰਜ ਸਵਾਰਦੇ ਹਨ। ਪੜੈ ਸੁਣੈ ਚਿਤ ਲਾਏ ਕੈ, ਜੋ ਲਿਖ ਦੇ ਸਪ੍ਰੀਤ। ਜਿਹੜਾ ਮਨ ਲਾ ਕੇ ਇਸ ਪਾਵਨ ਬਾਣੀ ਨੂੰ ਪੜ੍ਹਦਾ ਹੈ, ਸੁਣਦਾ ਹੈ, ਜਾਂ ਪ੍ਰੇਮ ਸਹਿਤ ਇਸ ਬਾਣੀ ਨੂੰ ਲਿਖ ਕੇ ਪੋਥੀ ਕਿਸੇ ਨੂੰ ਪੜ੍ਹਨ ਲਈ ਦਿੰਦਾ, ਮਨ ਚਿੰਤਤ ਫਲ ਪਾਏ ਕੈ, ਤਰ ਹੈ ਸੁਖ ਭੈ ਭੀਤ। ਉਹਨੂੰ ਮਨ ਚਿੰਦੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ, ਔਰ ਉਹ ਇਸ ਭਾਵ ਸਾਗਰ ਤੋਂ, ਇਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ, ਸੁਖ ਦੇ ਨਾਲ ਤਰ ਜਾਂਦਾ ਹੈ। ਭੇਟਾ ਕਰ ਉਪਦੇਸ਼ ਗੁਰ, ਤਬੀ ਫਲੈ ਗੁਰ ਸਿੱਖ। ਆ ਭਾਈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀ ਆਪ ਦੀ ਭੇਟਾ ਕਰਕੇ, ਆਪਣਾ ਆਪ ਸਮਰਪਣ ਕਰਕੇ, ਗੁਰੂ ਕੇ ਉਪਦੇਸ਼ ਨੂੰ ਗ੍ਰਹਿਣ ਕਰਕੇ ਇਸ ਪਾਵਨ ਬਾਣੀ ਨੂੰ ਪੜ੍ਹੇ ਤੇ ਫਲੀ ਭੂਤ ਹੁੰਦੀ ਹੈ। ਜਥਾ ਸ਼ਕਤ ਜਪ ਜੋ ਕੋ ਜਪੈ, ਸਿੱਧ ਹੋਏ ਗੁਰਮੁਖ। ਜਥਾ ਸ਼ਕਤ ਜਿਹੜਾ ਵੀ ਸਿੱਖ ਇਸ ਜਪਜੀ ਸਾਹਿਬ ਦੇ ਜਾਪ ਨੂੰ ਜਪਦਾ ਹੈ, ਉਹ ਗੁਰਮੁਖ ਦੇ ਸਾਰੇ ਕਾਰਜ ਸਿੱਧ ਹੋ ਜਾਂਦੇ ਨੇ, ਉਸ ਦਾ ਜੀਵਨ ਸਿੱਧ ਹੋ ਜਾਂਦਾ, ਸਫਲ ਹੋ ਜਾਂਦਾ। ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ ਬਖਾਨ। ਜੋ ਆਦ ਮੁੱਢ ਤੋਂ ਸੱਚ ਹੈ, ਜੁਗਾਂ ਜੁਗਾਂ ਤੋਂ ਸੱਚ ਹੈ, ਹੁਣ ਵੀ ਸੱਚ ਹੈ। ਨਾਨਕ ਹੋਸੀ ਭੀ ਸੱਚ, ਜਿਹੜਾ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੋਵੇਗਾ। ਇਹ ਪੌੜੀ ਪੜ੍ਹੋ ਪ੍ਰਮਾਣ। ਕਹਿੰਦੇ ਪੌੜੀ ਜਿਹੜੀ ਪਹਿਲੀ ਆ, ਇਹਦਾ ਜਾਪ ਕਰੋ ਭਾਈ। ਜਿਹੜੇ ਪ੍ਰਮਾਣਕ ਹੋ ਕੇ ਇਸ ਮੂਲ ਮੰਤਰ ਨੂੰ ਇੱਕ ਓੰਕਾਰ ਤੋਂ ਲੈ ਕੇ ਪੜ੍ਹਦੇ ਹਨ। ਸਿਰੈ ਮੰਤਰ ਸਭ ਪੌੜੀਆਂ, ਇਹ ਪੌੜੀ ਲਖ ਸਾਰ। ਇਹ ਜਿਹੜੀ ਪੌੜੀ ਹੈ ਨਾ, ਪਹਿਲੀ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ, ਗੁਰਮੁਖੋ ਪਿਆਰਿਓ, ਜਪਜੀ ਸਾਹਿਬ ਦੇ ਸਾਰੇ ਪਾਠ ਦਾ ਸਾਰ ਤੇ ਨਿਚੋੜ ਮੂਲ ਮੰਤਰ ਵਿੱਚ ਹੈ। ਸਾਰੇ ਜਪਜੀ ਸਾਹਿਬ ਦਾ, ਜੇ ਕਿਸੇ ਗੁਰਮੁਖ ਨੂੰ ਨਹੀਂ ਆਉਂਦਾ ਜਪਜੀ ਸਾਹਿਬ ਦਾ ਪਾਠ ਕਰਨਾ, ਨਹੀਂ ਪੜਿਆ ਹੋਇਆ, ਤਾਂ ਮੂਲ ਮੰਤਰ ਤਾਂ ਪੜ ਸਕਦਾ ਨਾ। ਤੋ ਮੂਲ ਮੰਤਰ ਦਾ ਜਿਹੜਾ ਇਹ ਜਾਪ ਹੈ, ਇਹ ਸਾਰੇ ਜਪਜੀ ਸਾਹਿਬ ਦਾ ਸਾਰ ਹੈ, ਨਿਚੋੜ ਤਤ। ਤੇ ਮੂਲ ਮੰਤਰ ਦਾ ਨਿਚੋੜ ਸਾਰ ਉਹ ਇੱਕ ਓੰਕਾਰ ਵਿੱਚ ਹੈ। ਇੱਕ ਓੰਕਾਰ ਦੀ ਵਿਆਖਿਆ ਮੂਲ ਮੰਤਰ ਹੈ, ਮੂਲ ਮੰਤਰ ਦੀ ਵਿਆਖਿਆ ਸ੍ਰੀ ਜਪਜੀ ਸਾਹਿਬ। ਤੋ ਜਪਜੀ ਸਾਹਿਬ ਦੀ ਵਿਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਸ੍ਰੀ ਦਸਮ ਗ੍ਰੰਥ ਜੀ ਹਨ। ਦਸਮ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਅੱਗੇ ਭਾਈ ਗੁਰਦਾਸ ਜੀ, ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ ਜੀ ਦੀ ਬਾਣੀ ਹੈ, ਔਰ ਉਹਨਾਂ ਦੀ ਵਿਆਖਿਆ ਅੱਗੇ ਫਿਰ ਸਾਡੇ ਇਤਿਹਾਸ ਦੇ ਗ੍ਰੰਥ ਨੇ। ਏਦਾਂ ਇਹ ਵਿਆਖਿਆ ਸਰੂਪ, ਵਿਆਖਿਆ ਪ੍ਰਣਾਲੀ ਜਿਹੜੀ ਆ ਉਹ ਚੱਲਦੀ ਹੈ। ਤੋ ਜਪਜੀ ਸਾਹਿਬ ਦਾ ਜਿਹੜਾ ਸਾਰ ਹੈ, ਨਿਚੋੜ ਹੈ, ਉਹ ਮੂਲ ਮੰਤਰ ਹੈ। ਇਸ ਕਰਕੇ ਭਾਈ ਮੂਲ ਮੰਤਰ ਦਾ ਜਾਪ ਜਪੋ। ਅੰਤ ਸਮੈ ਚਲ ਬੇਗੁਰੂ, ਕੀਨੋ ਇਹੀ ਉਚਾਰ। ਅੰਤਲੇ ਸਮੇਂ ਮਹਾਰਾਜ ਜੀ ਨੇ ਇਹੀ ਆਪਣੇ ਮੁਖੋਂ ਉਚਾਰਿਆ ਹੈ। ਸਤਨਾਮ ਸਤਿਗੁਰ ਪ੍ਰਸਾਦ, ਸਿੱਧ ਮੰਤਰ ਇਹ ਜਾਨ। ਜੋ ਇਹਦੇ ਵਿੱਚ ਸਤਨਾਮ ਗੁਰ ਪ੍ਰਸਾਦ ਇਹ ਸ਼ਬਦ ਆਉਂਦੇ ਨੇ, ਇਹਦੇ ਨਾਲ ਇਹ ਮੰਤਰ ਸਿੱਧ ਹੁੰਦਾ ਹੈ। ਰਾਮ ਕੋਇਰ ਭਾਖੈ ਭਲੇ, ਸਾਹਿਬ ਸਿੰਘ ਸੁਨ ਕਾਨ। ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ ਜੀ ਇਹ ਬਚਨ ਸੁਣਾ ਰਹੇ ਨੇ ਸੋ ਸਾਖੀ ਦੇ,
ਔਰ ਸਾਹਿਬ ਸਿੰਘ ਨਾਮ ਦਾ ਲਿਖਾਰੀ ਹੈ ਜਿਹੜਾ ਕੋਲ ਬੈਠਾ ਲਿਖ ਰਿਹਾ ਹੈ। ਹਮ ਭੀ ਜਬ ਕਬ ਜਪਤ ਹੈ ਭਾਈ ਰਾਮ ਕੁਇਰ ਜੀ ਕਹਿੰਦੇ ਅਸੀਂ ਵੀ ਜਦੋਂ ਕਦੋਂ ਜਪਦੇ ਹਾਂ ਇਹੀ ਮੰਤਰ ਬਰਸਾਰ। ਇਹ ਜਿਹੜਾ ਮੂਲ ਮੰਤਰ ਹੈ ਅਸੀਂ ਅੱਠੇ ਪੈਰ ਇਹਨੂੰ ਜਦੋਂ ਜਪਜੀ ਸਾਹਿਬ ਤਾਂ ਪੜ੍ਹਦੇ ਹੀ ਆ, ਉੱਠਦਿਆਂ ਬਹਿੰਦਿਆਂ ਕਹਿੰਦੇ ਅਸੀਂ ਆ ਜਿਹੜਾ ਮੂਲ ਮੰਤਰ ਹੈ ਨਾ ਭਾਈ ਰਾਮ ਕੁਇਰ ਸਾਹਿਬ ਕਹਿੰਦੇ ਅਸੀਂ ਜਪਦੇ ਹਾਂ, ਇਸ ਦਾ ਜਾਪ ਅਸੀਂ ਕਰਦੇ ਹਾਂ। ਗੁਰ ਧਰ ਕੈ ਅਵਤਾਰ ਕੋ ਸਤਿਗੁਰੂ ਜੀ ਨੇ ਅਵਤਾਰ ਧਾਰਨ ਕਰਕੇ ਕੀਨੋ ਜਗਤ ਉਧਾਰ। ਸਾਡੇ ਵਰਗੇ ਕਲਯੁਗੀ ਜੀਵਾਂ ਦਾ ਉਧਾਰ ਕੀਤਾ ਹੈ ਪਾਵਨ ਅੰਮ੍ਰਿਤ ਬਾਣੀ ਉਚਾਰਨ ਕਰਕੇ। ਸਤਿਗੁਰ ਚਲਿਤ ਦਿਖਾਇਆ ਦੇਹ ਧਾਰ ਕੈ ਮੀਤ। ਸਰੀਰ ਧਾਰਨ ਕਰਕੇ ਸਤਿਗੁਰੂ ਜੀ ਨੇ ਕੌਤਕ ਹੀ ਰਚਿਆ, ਚਲਤ ਹੀ ਵਿਖਾਇਆ ਆਪਣਾ। ਸਭ ਦੇਖਾ ਸਤਿਗੁਰ ਚਲਿਤ ਸਿਮਰੈ ਅਹਨਿਸ ਚੀਤ। ਜਿਨ੍ਹਾਂ ਨੇ ਸਤਿਗੁਰਾਂ ਦਾ ਚਲਤ ਵੇਖਿਆ ਉਹ ਰਾਤ ਦਿਨ ਆਪਣੇ ਸਤਿਗੁਰਾਂ ਨੂੰ ਚਿਤਵਦੇ ਨੇ, ਯਾਦ ਕਰਦੇ ਨੇ, ਸਿਮਰਦੇ ਨੇ। ਏਕ ਬਾਰ ਸਤਿਗੁਰ ਕਹਿਓ ਮੰਤਰ ਜੰਤਰ ਕਲ ਮਾਹੇ। ਮਹਾਰਾਜ ਜੀ ਨੇ ਇੱਕ ਵਾਰ ਬਚਨ ਕੀਤਾ, ਭਾਈ ਰਾਮ ਕੁਇਰ ਸਾਹਿਬ ਜੀ ਦੱਸ ਰਹੇ ਨੇ, ਕਹਿੰਦੇ ਭਾਈ ਕਲਯੁਗ ਵਿੱਚ ਬੜੇ ਮੰਤਰ ਜੰਤਰ ਚੱਲਣਗੇ। ਲੋਗ ਕਰਹਿਗੇ ਜਗਤ ਮਹਿ ਮੇਰਾ ਸਿੱਖ ਨ ਚਾਹੇ। ਬੜੇ ਲੋਕ ਨੇ ਜਿਹੜੇ ਕਈ ਮੰਤਰ ਜੰਤਰ ਟੂਣੇ ਟਾਮਣ ਕਾਲੇ ਇਲਮ ਚਿੱਟੇ ਇਲਮ ਲਾਲ ਇਲਮ ਬੜੇ ਤਰ੍ਹਾਂ ਦੇ ਕਰਨਗੇ, ਬੜੇ ਬੜੇ ਮੰਤਰ ਜੰਤਰ ਹੋਣਗੇ ਸੰਸਾਰ ਵਿੱਚ ਕਲਯੁਗ ਵਿੱਚ, ਪਰ ਮੇਰਾ ਸਿੱਖ ਨਹੀਂ ਕਿਸੇ ਮੰਤਰ ਜੰਤਰ ਦੇ ਭਰਮ ਚ ਪਵੇਗਾ। ਮੇਰਾ ਸਿੱਖ ਤਾਂ ਮੂਲ ਮੰਤਰ ਜਪੇਗਾ। ਮੇਰਾ ਸਿੱਖ ਨਹੀਂ ਕਿਸੇ ਮੰਤਰਾਂ ਤੰਤਰਾਂ ਇਲਮਾਂ ਦੇ ਚੱਕਰ 'ਚ ਫਸੇਗਾ। ਏਕ ਸਮੈ ਮੰਤਰੀ ਬਹੁਤ ਘਰ ਘਰ ਬਾਜਹਿ ਬਾਜ। ਮਹਾਰਾਜ ਕਹਿੰਦੇ ਇਹੋ ਜਿਹਾ ਸਮਾਂ ਆਵੇਗਾ ਕਲਯੁਗ ਵਿੱਚ ਕਿ ਘਰ ਘਰ ਵਿੱਚ ਮੰਤਰ ਹੋਣਗੇ, ਘਰ ਘਰ ਦੇ ਵਿੱਚ ਤੰਤਰ ਮੰਤਰ ਜਾਦੂ ਟੂਣੇ ਵਰਤਣਗੇ, ਬੜੇ ਮੰਤਰ ਲੋਕ ਜਪਣਗੇ ਵੱਖੋ ਵੱਖਰੇ ਤਰ੍ਹਾਂ ਦੇ ਘਰ ਘਰ ਵਿੱਚ, ਪਰ ਮੇਰੇ ਸਿੱਖਾਂ ਦੇ ਘਰ ਵਿੱਚ ਮੂਲ ਮੰਤਰ ਹੀ ਗੂੰਜੇਗਾ। ਹੋਰ ਲੋਕਾਂ ਦੇ ਘਰਾਂ ਵਿੱਚ ਬੜੇ ਬੜੇ ਮੰਤਰ ਜੰਤਰ ਟੂਣੇ ਟਾਮਣ ਹੋਰ ਕਈ ਤਰ੍ਹਾਂ ਦੇ ਇਲਮ ਗੂੰਜਣਗੇ, ਲੋਕ ਜਪਣਗੇ, ਪਰ ਮੇਰੇ ਸਿੱਖ ਕੇਵਲ ਮੂਲ ਮੰਤਰ ਨੂੰ ਜਪਣਗੇ। ਜਪ ਤਪ ਨਿਹਚਾ ਨਾ ਰਹੈ ਕਰ ਹੈ ਦੇਖਤ ਸਾਜ। ਹਾਂ, ਲੋਕਾਂ ਵਿੱਚ ਜਪ ਤਪ ਤੇ ਨਿਸ਼ਚਾ ਨਹੀਂ ਰਹੇਗਾ, ਬੇਪ੍ਰਤੀਤੀ ਹੋਵੇਗੀ ਲੋਕਾਂ ਵਿੱਚ, ਵੇਖਾ ਵੇਖੀ ਕਰਨਗੇ ਸਾਰੇ ਕਿ ਫਲਾਣਾ ਕਰਦਾ ਮੈਂ ਵੀ ਕਰ ਲਵਾਂ। ਵੇਖਾ ਵੇਖੀ ਦੀ ਬਿਰਤੀ ਹੋਵੇਗੀ ਲੋਕਾਂ ਵਿੱਚ, ਦੇਖਾ ਦੇਖੀ ਦਾ ਸਾਜ ਕਰਨਗੇ। ਜਪ ਤਪ ਤੇ ਭਰੋਸਾ ਨਹੀਂ ਹੋਵੇਗਾ ਜੋ ਜਪਣਗੇ, ਭਰੋਸਾ ਨਹੀਂ ਹੈ। ਖਾਲਸਾ ਜੀ ਸਿੱਖ ਨੇ ਭਰੋਸਾ ਰੱਖਣਾ, ਜੋ ਜਪਿਆ ਉਹਦੇ ਤੇ ਭਰੋਸਾ ਰੱਖਣਾ। ਵੇਖਾ ਵੇਖੀ ਨਹੀਂ ਫਲਾਣੇ ਨੇ ਜਪਿਆ ਤੇ ਮੈਂ ਵੀ ਜਪਾਂ, ਦੇਖਾ ਦੇਖੀ ਦਾ ਸਾਜ ਨਹੀਂ ਆ ਸਿੱਖ ਦੇ ਅੰਦਰ। ਜੋ ਜਪਿਆ ਉਹਦੇ ਤੇ ਭਰੋਸਾ ਰੱਖਣਾ। ਪਰ ਕਲਯੁਗ ਦੇ ਲੋਕ ਇਹੋ ਜਿਹੇ ਹੋਣਗੇ, ਕਲਗੀਧਰ ਜੀ ਕਹਿੰਦੇ ਕਿ ਜਪ ਤਪ ਵੀ ਕਰਨਗੇ ਪਰ ਭਰੋਸਾ ਨਹੀਂ ਰੱਖਣਗੇ, ਵੇਖਾ ਵੇਖੀ ਕਰਨਗੇ। ਜੈਸੀ ਗੁਰ ਕੀ ਭਾਵਨਾ ਤੈਸੀ ਗਤ ਹੋਏ ਸ਼ਕਤ। ਮਹਾਰਾਜ ਕਹਿੰਦੇ ਗੁਰੂ ਤੇ ਜਿਹੋ ਜੀ ਕੋਈ ਭਾਵਨਾ ਰੱਖੇਗਾ ਉਹਨੂੰ ਉਹੋ ਜੀ ਸ਼ਕਤੀ ਦੀ ਪ੍ਰਾਪਤੀ ਹੋਵੇਗੀ। ਜਿਹੋ ਜੀ ਭਾਵਨਾ ਹੋਵੇਗੀ ਉਹੋ ਜਿਹਾ ਹੀ ਚੁਲਾ ਪੜਿਆ ਜਾਏਗਾ। ਸ਼ਰਨ ਭਜੋ ਸ਼੍ਰੀ ਰਾਮ ਕੀ ਕਲ ਮਹਿ ਨਿਸ਼ਚਾ ਮੁਕਤ। ਸ਼੍ਰੀ ਰਾਮ ਅਕਾਲ ਪੁਰਖ ਪਰਮੇਸ਼ਰ ਜੋ ਰਮਿਆ ਹੋਇਆ, ਉਹਦੀ ਸ਼ਰਨ 'ਚ ਪੈ ਕੇ ਪਰਮੇਸ਼ਰ ਦਾ ਭਜਨ ਕਰੋ। ਕਲਯੁਗ ਵਿੱਚ ਕੇਵਲ ਤਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇ ਨਿਸ਼ਚਾ ਰੱਖੋ। ਵਾਹਿਗੁਰੂ ਇਹ ਮੰਤਰ ਜਪ ਸਗਲ ਸਰੈਂਗੇ ਕਾਮ। ਨਾਲ ਵਾਹਿਗੁਰੂ ਗੁਰਮੰਤਰ ਦਾ ਜਾਪ ਜਪੋਗੇ, ਜਦੋਂ ਪੜੋਗੇ ਜਪੋਗੇ ਸਤਨਾਮ ਸ੍ਰੀ ਵਾਹਿਗੁਰੂ, ਤੁਹਾਡੇ ਸਾਰੇ ਕੰਮ ਸਵਰਨਗੇ, ਸਾਰੇ ਕੰਮ ਸਵਰਨਗੇ ਭਾਈ। ਜਦੋਂ ਇਸ ਪਾਵਨ ਪਵਿੱਤਰ ਗੁਰਮੰਤਰ ਵਾਹਿਗੁਰੂ ਦਾ ਜਾਪ ਜਪੋਗੇ। ਸਿੱਖ ਗੁਰੂ ਕੇ ਹਿਤ ਕਰੋ ਨਿਤ ਸਵਾਰ ਆਰਾਮ। ਹਾਂ, ਸਵੇਰੇ ਸ਼ਾਮ ਅੱਠੇ ਪੈਰ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਇਸ ਗੁਰਮੰਤਰ ਨੂੰ ਵੀ ਜਪਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹਨੂੰ ਵੀ ਭਾਈ ਸਿੱਖ ਨੇ ਹਮੇਸ਼ਾ ਇਹ ਕੰਮ ਕਰਨਾ, ਇਸ ਪਵਿੱਤਰ ਅੰਮ੍ਰਿਤ ਨਾਮ ਨੂੰ ਜਪਣਾ ਹੈ।